ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਬਖਸ਼ ਮਿਲਾਨ, ਰੱਖੇ ਕਲ ਲਾਏ। ਨਾਨਕ ਬਖਸ਼ ਮਿਲਾਨ, ਰੱਖੇ ਗਲ ਲਾਏ। ਨਾਨਕ ਬਖਸ਼ ਮਿਲਾਨ, ਰੱਖੇ ਗਲ ਲਾਏ। ਨਾਨਕ ਬਖਸ਼ ਮਿਲਾਨ, ਰੱਖੇ ਗਲ ਲਾਏ। ਨਾਨਕ ਬਖਸ਼ ਮਿਲਾਨ, ਏ ਕਲ ਲਾਏ। ਨਾਨਕ ਬਖਸ਼ ਮਿਲਾਨ, ਰੱਖੇ ਕਲ ਲਾਏ। ਨਾਨਕ ਬਖਸ਼ ਮਿਲਾਨ, ਗਲ ਲਾਏ। ਨਾਨਕ ਬਖਸ਼ ਮਿਲਾਨ। ਅੰਧਕੂਪ ਤੇ ਕਾਟਿਅਨ, ਕਾਢਿਅਨ ਅੰਧਕੂਪ ਤੇ ਕਾਟਿਅਨ, ਅੰਧਕੂਪ ਤੇ ਕਾਟਿਅਨ। ਲੜ ਆਪ ਫੜਾਏ, ਲੜ ਆਪ ਫੜਾਏ। ਨਾਨਕ ਬਖਸ਼ ਮਿਲਾਨ, ਰੱਖੇ ਗਲ ਲਾਏ। ਨਾਨਕ ਬਖਸ਼ ਮਿਲਾਨ, ਰੱਖੇ ਗਲ ਲਾਏ। ਜਪ ਤਪ ਸੰਜਮ ਦਇਆ ਧਰਮ, ਜਪ ਤਪ ਸੰਜਮ
दया धर्म जाप तप संजम दया धर्म जाप तप संजम दया धर्म जिस देह सो पाए जिस देह सो पाए जिस बुझाए अगन आप जिस बुझाए अगन आप जिस बुझाए अगन आप जिस बुझाए अगन आप सो नाम त्याए सो नाम त्याए नानक बख्श मिलायन रखे गल लाए 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 अंतर जामी अगम पुरख अगम पुरख अंतर जामी अगम पुरख अंतर जामी अगम पुरख एक दृष्ट दिखाए एक दृष्ट दिखाए साध संगत के आसरे प्रभ स्यों रंग लाए 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 औगन कट मुख उजला औगन काट मुख उज्जला औगन कट मुख उजला औगन काट मुख उज्जला हर नाम त्याए हर नाम तराए औगन कट मुख उजला औगन काट मुख उज्जला औगन कट मुख उजला औगन काट मुख उज्जला हर नाम तराए हर नाम तराए नानक बख्श
ਲਾਏ, ਨਾਨਕ ਬਖਸ਼ ਮਿਲਾਇਨ, ਰੱਖੇ ਗਲ ਲਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਬੈਠੀ ਸਰਬਤ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਪਿਛਲੀ ਵਾਰੀ ਸੰਗਤ ਜੀ ਆਪਾਂ ਲੰਗਰ ਰੱਖਿਆ ਸੀ ਤੇ ਮੈਂ ਮਾਤਾ ਜੀ ਨੂੰ ਆਖਿਆ ਕਿ ਇਸ ਵਾਰੀ ਆਪਾਂ ਲੰਗਰ ਨਹੀਂ ਰੱਖਣਾ ਤੇ ਵੇਖਣਾ ਸੰਗਤ ਕਿੰਨੀ ਆਉਂਦੀ ਹੈ। ਸੋ ਇਹ ਅੱਜ ਦੀ ਸੱਚਾਈ ਹੈ। ਮਾਫ ਕਰਿਆ ਜੇ, ਜਦੋਂ ਲੰਗਰ ਰੱਖਿਆ ਜਾਂਦਾ ਹੈ ਤਾਂ ਸੰਗਤ ਬਹੁਤ ਆਉਂਦੀ ਹੈ। ਜਦੋਂ ਲੰਗਰ ਨਹੀਂ ਹੁੰਦਾ, ਆਤਮਿਕ ਭੁੱਖ ਵੀ ਹੋਣੀ ਚਾਹੀਦੀ ਹੈ ਸੰਗਤ। ਖੈਰ, ਜਿਵੇਂ ਆਪਾਂ ਪਿਛਲੀ ਵਾਰੀ ਇੱਕ ਸ਼ਬਦ ਲਿੱਤਾ ਸੀ ਤੇ ਕੀਰਤਨ ਰੂਪ ਦੇ ਵਿੱਚ ਉਸ ਸ਼ਬਦ ਨੂੰ ਗਾਇਨ ਕੀਤਾ ਸੀ ਤੇ ਨਾਲ ਨਾਲ ਅਸੀਂ ਸ਼ਬਦ ਦੀ ਵਿਚਾਰ ਕੀਤੀ ਸੀ। ਠੀਕ ਉਸੇ ਤਰੀਕੇ ਨਾਲ ਅਸੀਂ ਕੀਰਤਨ ਰੂਪ ਦੇ ਵਿੱਚ ਸ਼ਬਦ ਗਾਇਨ ਕਰਾਂਗੇ ਤੇ ਨਾਲ ਨਾਲ ਉਸ ਸ਼ਬਦ ਦੀ ਵਿਚਾਰ ਕਰਾਂਗੇ, ਤਾਂ ਕਿ ਸਾਨੂੰ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਅੱਛੇ ਤਰੀਕੇ ਨਾਲ ਸਾਨੂੰ ਸਮਝ ਆ ਸਕੇ। ਸੰਗਤ ਜੀ, ਅੱਜ ਦਾ ਸ਼ਬਦ ਜੋ ਅਸੀਂ ਲਿੱਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਕ 15 ਤੇ ਵਿਰਾਜਮਾਨ ਹੈ। ਇਹ ਸ਼ਬਦ ਬਾਬਾ ਨਾਨਕ ਜੀ ਦਾ ਹੈ ਅਤੇ ਬਾਬਾ ਨਾਨਕ ਜੀ ਨੇ ਇਸ ਸ਼ਬਦ ਨੂੰ ਸ਼੍ਰੀ ਰਾਗ ਵਿੱਚ ਉਚਾਰਨ ਕੀਤਾ ਹੈ। ਇਸ ਸ਼ਬਦ ਦੀ ਰਾਹਾਉ ਵਾਲੀ ਪੰਕਤੀਆਂ ਹਨ। ਬਾਬਾ ਮਾਇਆ ਰਚਨਾ ਧੋ, ਅੰਧੈ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਸੋ ਸਭ ਤੋਂ ਪਹਿਲਾਂ ਅਸੀਂ ਇਸ ਸ਼ਬਦ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਾਂਗੇ ਤੇ ਨਾਲ ਦੇ ਨਾਲ ਇਸ ਸ਼ਬਦ ਦੀ ਅਸੀਂ ਵਿਚਾਰ ਕਰਾਂਗੇ। ਠੀਕ ਪਿਛਲੀ ਵਾਰ ਦੀ ਤਰ੍ਹਾਂ ਆਖਿਰ ਵਿੱਚ ਸਭ ਤੋਂ ਪਹਿਲਾਂ ਅਸੀਂ ਥਿਓਰੀਟਿਕਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਮਝਣ ਦਾ ਯਤਨ ਕਰਾਂਗੇ। ਉਸ ਤੋਂ ਬਾਅਦ ਪ੍ਰੈਕਟੀਕਲੀ ਇਤਿਹਾਸ ਦੇ ਵਿੱਚੋਂ ਇੱਕ ਕਵਿਤਾ ਰਾਹੀਂ ਉਸ ਬਾਤ, ਕਿਹੜੀ ਬਾਤ, ਉਹ ਅਸੀਂ ਵਿਚਾਰਾਂਗੇ, ਉਸ ਬਾਤ ਨੂੰ ਸਮਝਣ ਦਾ ਯਤਨ ਕਰਾਂਗੇ। ਸੋ ਆਓ ਸੰਗਤ ਜੀ, ਸਭ ਤੋਂ ਪਹਿਲਾਂ ਕੀਰਤਨ ਰੂਪ ਦੇ ਵਿੱਚ ਬਾਬਾ ਮਾਇਆ ਰਚਨਾ ਤੋਂ ਅੰਧੈ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ, ਇਸ ਸ਼ਬਦ ਨੂੰ ਗਾਇਨ ਕਰੀਏ ਜੀ। ਤੇ ਸੰਗਤ ਜੀ, ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਤੁਸੀਂ ਨਾਲ ਦੇ ਨਾਲ ਸਹਿਯੋਗ ਕਰਨਾ ਹੈ ਜੀ। ਆਓ ਜੀ, ਗਾਇਨ ਕਰੀਏ। बाबा माया रचना तो, बाबा माया रचना तो, अंधे नाम विसारिया, ना तिसे ना बाबा माया
तिस एह ना ਅੰਧ ਨਾਮ ਵਿਸਾਰਿਆ ਨਾ ਤਿਸੇ ਨਾਉ। ਲਿਖ ਬੋਲਣ ਬੋਲਣਾ ਲਿਖੇ ਖਾਣਾ ਖਾਓ। ਲਿਖੈ ਬੋਲਨ ਬੋਲਨਾ ਲਿਖੇ ਖਾਣਾ ਖਾਓ। ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ। ਲਿਖ ਖਾਣਾ ਖਾਓ। ਲਿਖ ਵਾਟ ਚਲਾਈਆ ਲਿਖ ਸੁਣ ਵਿਖਾਓ। ਲਿਖ ਵਾਟ ਚਲਾਈਆ ਲਿਖ ਸੁਣ ਵਿਖਾਓ। ਲਿਖ ਸਾਲ ਲਵਾਈਐ ਪੜ੍ਹ ਕੇ ਪੂਛਣ ਜਾਓ। 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 ਬਾਬਾ ਮਾਇਆ ਰਚਨਾ ਤੋ ਬਾਬਾ ਮਾਇਆ ਰਚਨਾ ਤੋ ਅੰਧ ਨਾਮ ਵਿਸਾਰਿਆ ਨਾ ਤਿਸੇ ਨਾਉ। ਬਾਬਾ ਮਾਇਆ ਰਚਨਾ ਤੋ ਬਾਬਾ ਮਾਇਆ ਰਚਨਾ ਤੋ ਅੰਧ ਨਾਮ ਵਿਸਾਰਿਆ ਨਾ ਤਿਸੇ ਨਾਉ। ਅੰਧ ਨਾਮ ਵਿਸਾਰਿਆ ਨਾ ਤਿਸੇ ਨਾਉ। ਬਾਬਾ ਮਾਇਆ ਰਚਨਾ ਤੋ ਬਾਬਾ ਮਾਇਆ ਰਚਨਾ ਤੋ ਅੰਧ ਨਾਮ ਵਿਸਾਰਿਆ ਨਾ ਤਿਸੇ ਨਾਉ। ਸੰਗਤ ਜੀ ਪਿਛਲੀ ਵਾਰੀ ਜਦੋਂ ਆਪਾਂ ਸ਼ਬਦ ਦੀ ਵਿਚਾਰ ਦੀ ਆਰੰਭ ਕੀਤੀ ਸੀ ਤਾਂ ਤਿੰਨ ਫਲਸਫਿਆਂ ਦੇ ਬਾਰੇ ਜ਼ਿਕਰ ਕੀਤਾ ਸੀ। ਉਮੀਦ ਕਰਦਾ ਸਾਨੂੰ ਚੇਤਾ ਹੋਏਗਾ, ਲੇਕਿਨ ਕੁਝ ਚਿਹਰੇ ਮੈਂ ਨਵੇਂ ਵੇਖ ਰਿਹਾ ਸੰਗਤ ਵਿੱਚ ਤੇ ਉਹਨਾਂ ਨੂੰ ਵੀ ਆ ਤਿੰਨ ਫਲਸਫਿਆਂ ਦੇ ਬਾਰੇ ਪਤਾ ਲੱਗ ਜਾਏਗਾ ਤੇ ਸਾਡੀ ਰਿਵੀਜ਼ਨ ਹੋ ਜਾਏਗੀ। ਮੈਂ ਡਿਟੇਲ ਵਿੱਚ ਨਹੀਂ ਜਾਵਾਂਗਾ, ਉੱਤੋਂ ਦੱਸਾਂਗਾ, ਕਿਉਂਕਿ ਆ ਜਿਹੜੇ ਤਿੰਨ ਫਲਸਫੇ ਹੈ ਇਹਨਾਂ ਤਿੰਨ ਫਲਸਫਿਆਂ ਨੂੰ ਜਦੋਂ ਅਸੀਂ ਫੋਲੋ ਕਰਦੇ ਹਾਂ, ਕੋਈ ਵੀ ਸ਼ਬਦ ਹੋਵੇ ਭਾਵੇਂ ਉਹ ਗੁਰੂ ਸਾਹਿਬ ਦਾ ਹੋਵੇ ਭਾਵੇਂ ਭਗਤ ਸਾਹਿਬਾਨ ਦਾ ਹੋਵੇ, ਅਸੀਂ ਉਸ ਸ਼ਬਦ ਦੇ ਭਾਵ ਅਰਥਾਂ ਤੱਕ ਪਹੁੰਚ ਪਾਉਂਦੇ ਹਾਂ। ਤੇ ਅਸਲ ਵਿੱਚ ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਕਹਿਣਾ ਕੀ ਚਾਹੁੰਦੇ ਨੇ ਸਾਨੂੰ ਆਸਾਨੀ ਨਾਲ ਸਮਝ ਆ ਜਾਂਦੀ। ਉਹ ਕਿਹੜੇ ਤਿੰਨ ਫਲਸਫੇ? ਪਹਿਲਾ ਫਲਸਫਾ ਸਾਡਾ ਗੁਰੂ ਸ਼ਬਦ ਹੈ, ਚੇਤਾ ਜੇ ਸਾਡਾ ਗੁਰੂ ਸ਼ਬਦ ਹੈ। ਦੂਸਰਾ ਫਲਸਫਾ ਅਸੀਂ ਕਰਨੀ ਹੈ ਸ਼ਬਦ ਦੀ ਵਿਚਾਰ।
ਸਭ ਤੇ ਉੱਤਮ ਗੁਰ ਸ਼ਬਦ ਵਿਚਾਰ। ਸਭ ਤੋਂ ਉੱਤਮ ਬਾਤ ਹੈ ਸਿੱਖਾ, ਤੂੰ ਸ਼ਬਦ ਦੀ ਵਿਚਾਰ ਕਰਿਆ ਕਰ। ਪਹਿਲਾ ਫਲਸਫਾ ਸਾਡਾ ਗੁਰੂ ਸ਼ਬਦ ਹੈ, ਦੂਸਰਾ ਫਲਸਫਾ ਅਸੀਂ ਕਰਨੀ ਹੈ ਸ਼ਬਦ ਦੀ ਵਿਚਾਰ, ਤੇ ਤੀਸਰਾ ਫਲਸਫਾ ਸ਼ਬਦ ਦੀ ਵਿਚਾਰ ਕਿਵੇਂ ਕਰਨੀ ਹੈ, ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਸਮਝਦੇ ਹੋਏ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ। ਸੋ ਇਹੀ ਤਿੰਨ ਫਲਸਫਿਆਂ ਦਾ ਇਸਤੇਮਾਲ ਕਰਦੇ ਹੋਏ ਸ਼ਬਦ ਸਾਡਾ ਗੁਰੂ। ਹੁਣ ਜੋ ਵੀ ਬਾਤਾਂ ਆਪਾਂ ਕਰਾਂਗੇ, ਸਾਨੂੰ ਦੇਖੋ ਸਾਰੇ ਜਿੰਨੇ ਵੀ ਵਿਦਵਾਨ ਸੱਜਣ ਹੈਗੇ ਨੇ ਸਾਰੇ ਸਤਿਕਾਰਯੋਗ ਨੇ, ਸਭ ਦੇ ਆਪਣੇ ਆਪਣੇ ਵਿਚਾਰ। ਇਹ ਜਿਹੜਾ ਸ਼ਬਦ ਹੈ ਉਹਨੂੰ ਦੇਹ ਦੀ ਪੱਧਰ ਤੇ ਇਹਦੇ ਅਰਥ ਕੀਤੇ ਜਾਂਦੇ ਆ। ਪਰ ਪਹਿਲਾ ਫਲਸਫਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਗੁਰੂ ਸ਼ਬਦ ਹੈ ਤੇ ਚੇਲਾ ਕੌਣ ਹੈ, ਸੁਰਤ। ਸੋ ਜਿੰਨੇ ਵੀ ਸ਼ਬਦ ਨੇ, ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹੈ, ਉਹ ਸੁਰਤ ਦੀ ਪੱਧਰ ਤੇ ਸਾਨੂੰ ਉਹਦੀ ਵਿਚਾਰ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਪਤਾ ਜਿਹੜੇ ਵਿਚਾਰ ਮੈਂ ਕਰਨ ਜਾ ਰਿਹਾ ਹਾਂ ਉਹ ਤੁਹਾਨੂੰ ਕਿਸੇ ਟੀਕੇ ਦੇ ਵਿੱਚ ਮਿਲਣ, ਇਹ ਵੱਖਰੇ ਵੀ ਹੋ ਸਕਦੇ ਨੇ। ਤੇ ਪਹਿਲੇ ਹੀ ਹੱਥ ਜੋੜ ਕੇ ਮਾਫੀ ਮੰਗ ਲੈਣਾ ਅਗਰ ਕਿਸੇ ਨੂੰ ਨਾ ਜੱਚਣ ਤਾਂ ਉਹਨਾਂ ਵਾਸਤੇ ਵੀ ਜੀ ਆਇਆਂ ਨੂੰ, ਜਿਨ੍ਹਾਂ ਨੂੰ ਜੱਚ ਜਾਣ ਉਹਨਾਂ ਵਾਸਤੇ ਵੀ ਜੀ ਆਇਆਂ। ਥੋੜੇ ਜਿਹੇ ਵਿਚਾਰ ਜਿਹੜੇ ਦਾਸ ਕਰਨ ਜਾ ਰਿਹਾ ਹੈ, ਕਿਉਂਕਿ ਫਲਸਫਾ ਮੈਂ ਇਹੀ ਲੈਣਾ, ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਸਮਝਣਾ। ਮੈਂ ਕੋਈ ਹੋਰ ਗ੍ਰੰਥ ਜਾਂ ਕਿਸੇ ਹੋਰ ਕਵਿਤਾ ਨੂੰ ਮੁੱਖ ਰੱਖਦੇ ਹੋਏ ਗੁਰਬਾਣੀ ਕਦੀ ਨਹੀਂ ਸਮਝੀ। ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਹੀ ਸਮਝਣਾ। ਸੋ ਇਹਨਾਂ ਫਲਸਫਿਆਂ ਦਾ ਇਸਤੇਮਾਲ ਕਰਦੇ ਹੋਏ ਆਪਾਂ ਅੱਜ ਸ਼੍ਰੀ ਰਾਗ ਦੇ ਵਿੱਚ ਵਿਰਾਜਮਾਨ ਅੰਕ ਨੰਬਰ 15 ਤੇ ਸ਼ਬਦ ਇਹਦੀ ਵਿਚਾਰ ਕਰਾਂਗੇ। ਸੋ ਸਭ ਤੋਂ ਪਹਿਲਾਂ ਸੰਗਤ ਜੀ, ਜਿਹੜੀ ਰਾਹਾਉ ਵਾਲੀ ਪੰਕਤੀ ਹੁੰਦੀ ਹੈ ਉਹ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ। ਤੋ ਜਦੋਂ ਅਸੀਂ ਰਾਹਾਉ ਵਾਲੀ ਪੰਕਤੀ ਨੂੰ ਸਮਝ ਲੈਂਦੇ ਹਾਂ ਤੇ ਬਾਕੀ ਸ਼ਬਦ ਸਾਨੂੰ ਆਸਾਨੀ ਨਾਲ ਸਮਝ ਆ ਜਾਂਦਾ ਹੈ। ਤੇ ਰਾਹਾਉ ਵਾਲੀ ਪੰਕਤੀ ਕੀ ਹੈ, ਬਾਬਾ ਮਾਇਆ ਰਚਨਾ ਧੋ, ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਬਾਬਾ, ਬਾਬਾ ਤੋਂ ਭਾਵ ਹੈ ਭਾਈ, ਧੋ ਤੋਂ ਮਤਲਬ ਧੋਖਾ। हे ਭਾਈ, ਆ ਜੋ ਤੂੰ ਮਾਇਆ ਦੇ ਵਿੱਚ ਆਪਣੀ ਸੁਰਤ ਨੂੰ ਗਲਤਾਨ ਕਰ ਰੱਖਿਆ ਹੈ, ਇਹ ਜੋ ਤੂੰ ਮਾਇਆ ਦੇ ਵਿੱਚ ਤੇਰੀ ਸੁਰਤ ਇੱਕ ਮਿੱਕ ਹੋਈ ਪਈ ਹੈ, ਇਹ ਜੋ ਤੂੰ ਮਾਇਆ ਦੇ ਵਿੱਚ ਰੰਗ ਰਲੀਆਂ ਮੰਨਦਾ ਪਿਆ ਹੈ, ਇਹ ਇੱਕ ਧੋਖਾ ਹੈ। ਮਾਇਆ ਕੀ ਹੁੰਦੀ ਹੈ ਸੰਗਤ ਜੀ? ਜਦੋਂ ਅਸੀਂ ਮਾਇਆ ਅੱਖਰ ਦੀ ਵਿਚਾਰ ਕਰਨ ਲੱਗਦੇ ਹਾਂ ਤਾਂ ਸਾਡੀ ਮੱਤ ਸੁਰਤ ਦੇ ਵਿੱਚ ਇੱਕੋ ਇੱਕ ਗੱਲ ਆਉਂਦੀ ਹੈ ਕਿ ਧਨ ਦੌਲਤ ਇਹੀ ਮਾਇਆ ਹੁੰਦੀ ਹੈ। ਸਿਰਫ ਧਨ ਦੌਲਤ ਹੀ ਮਾਇਆ ਹੁੰਦੀ ਹੈ। ਤੇ ਸਾਡੇ ਮੱਤ ਸੁਰਤ ਦੇ ਵਿੱਚ ਇੱਕ ਹੋਰ ਬਾਤ ਆ ਜਾਂਦੀ ਹੈ ਕਿ ਜਿੰਨੇ ਸੋਹਣੇ ਸੋਹਣੇ ਵਧੀਆ ਵਧੀਆ ਕੱਪੜੇ ਪਾ ਰੱਖੇ ਨੇ, ਜੋ ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦਾ ਹੈ, ਵੱਡੇ ਵੱਡੇ ਘਰਾਂ ਵਿੱਚ ਰਹਿੰਦਾ ਹੈ, ਉਹ ਗੁਰਮੁਖ ਰੂ ਨਹੀਂ ਹੋ ਸਕਦਾ। ਗੁਰਮੁਖ ਰੂ ਵਾਸਤੇ ਅਸੀਂ ਇੱਕ ਪਰਿਭਾਸ਼ਾ ਦੇ ਰੱਖੀ ਹੈ, ਉਹ ਇੱਕ ਕਿਸਮ ਦੇ ਕੱਪੜੇ ਪਾਉਂਦਾ ਹੈ, ਜਾਂ ਬਗਵੇ ਪਾਉਂਦਾ ਹੈ ਜਾਂ ਚਿੱਟੇ ਕੱਪੜੇ ਪਾਉਂਦਾ ਹੈ। ਸਾਡੇ ਅਕੋਰਡਿੰਗ ਉਹੀ ਲੋਕ ਗੁਰਮੁਖ ਰੂਹਾਂ ਹੁੰਦੀਆਂ ਨੇ। ਜੇ ਅਗਰ ਇਹੀ ਗੱਲ ਹੈ, ਇੱਕ ਵਾਰੀ ਝਾਤੀ ਲੈ ਜਾਓ ਤੁਸੀਂ ਸੰਗਤ ਜੀ ਅਨੰਦਪੁਰ ਸਾਹਿਬ ਵੱਲ, ਆਪਣੇ ਕਲਗੀਧਰ ਪਿਤਾ ਵੱਲ। ਉਹਨਾਂ ਕੋਲ ਅਨੰਦਪੁਰ ਸਾਹਿਬ ਦਾ ਇੰਨਾ ਵੱਡਾ ਕਿਲਾ ਹੈ, ਇੰਨਾ ਵੱਡਾ ਘਰ ਹੈ ਉਹਨਾਂ ਕੋਲ। ਸੋਚ ਕੇ ਦੇਖੋ, 6 ਮਹੀਨੇ ਤੱਕ ਪਹਾੜੀ ਰਾਜੇ, औरंगजेब दी फौज 6 महीने तक घेरा पाके उस किले दा रखा, लेकिन अंदर नहीं जा पाई। इन्ना तकड़ा किला मेरे कलगीधर पिता जी कोल सी। ते आवाजाई वास्ते उन्हां कोल बहुत सोने सोने वड्डे वड्डे महंगे महंगे घोड़े होया करदे सी। मेरे कलगीधर पिता उन्हां दी पोशाक उस वक्त दे राजे महाराजियां नूं टक्कर दिंदी सी। मेरे कलगीधर पिता अपनी दस्तार ते हीरे नाल परोई हुई कलगी लगा के रखदे सी। जे अगर एक स्पैशल चिट्टे या पगवे रंग दे कपड़े वाले ही अपना घर परिवार छड़ के जंगलां विच जां डेरे बना के जेड़े बैठ जांदे है, साडे अकॉर्डिंग अगर ओ गुरमुख रूहां ने ते कलगीधर पिता दे जीवन नूं संगत जी कित्थे रखोगे? सोच के देखो। ਇਹੋ ਜਿਹੇ ਟਪਲੇ ਭੁਲੇਖੇ ਕਿਉਂ ਪੈਂਦੇ ਨੇ? ਅਸੀਂ ਗੁਰਬਾਣੀ ਪੜ੍ਹ ਲੈਂਦੇ ਹਾਂ ਲੇਕਿਨ ਵਿਚਾਰਦੇ ਨਹੀਂ। ਸਾਰੇ ਇੱਥੇ ਨਿਤਨੇਮ ਕਰਦੇ ਨੇ, ਆਨੰਦ ਸਾਹਿਬ ਦੀ ਬਾਣੀ ਸਾਰੇ ਰੋਜ਼ ਪੜ੍ਹਦੇ ਨੇ, ਅਸੀਂ ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ।
ਅਸੀਂ ਮਾਇਆ ਹੈ ਕੀ? ਗੁਰਬਾਣੀ ਵਿੱਚੋਂ ਸਮਝਣਾ। ਇਹ ਤਾਂ ਪ੍ਰਚਲਿਤ ਹੈਗਾ ਕਿ ਬਈ ਚਿੱਟੇ ਰੰਗ ਦੇ ਪਗਵੇ ਕੱਪੜੇ ਪਾ ਕੇ, ਪਾਟੇ ਲੀੜੇ ਜਿਹਨੇ ਪਾ ਰੱਖੇ ਨੇ ਸਾਡੇ ਅਕੋਰਡਿੰਗ, ਅੱਖਾਂ ਬੰਦ ਕਰਕੇ ਬੈਠਾ ਹੈ, ਜੰਗਲਾਂ ਵਿੱਚ ਚਲਾ ਗਿਆ, ਉਹ ਗੁਰਮੁਖ ਰੂਹ ਹੈ, ਉਹ ਮਾਇਆ ਤੋਂ ਬਚਿਆ ਹੋਇਆ ਹੈ। ਇਹ ਪ੍ਰਚਲਿਤ ਗੱਲ ਹੈ। ਬਾਬੇ ਨਾਨਕ ਦਾ ਫਲਸਫਾ ਕੀ ਕਹਿੰਦਾ ਹੈ? ਬਾਬੇ ਨਾਨਕ ਤੋਂ ਕਦੀ ਪੁੱਛਿਆ? ਅਸੀਂ ਪੜ੍ਹਦੇ ਹਾਂ ਲੇਕਿਨ ਪੁੱਛਦੇ ਨਹੀਂ, ਕਿਉਂਕਿ ਵਿਚਾਰਦੇ ਨਹੀਂ। ਪੁੱਛਣ ਤੋਂ ਭਾਵ ਵਿਚਾਰਦੇ ਨਹੀਂ। ਜੇ ਅਸੀਂ ਬਾਣੀ ਵਿਚਾਰੀ ਹੁੰਦੀ ਤਾਂ ਸਾਨੂੰ ਪਤਾ ਲੱਗਦਾ। ਆਨੰਦ ਸਾਹਿਬ ਦੀ ਬਾਣੀ ਵਿੱਚ, ਏ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਏ ਮਾਇਆ, ਹਰ ਉਹ ਚੀਜ਼ ਗੁਰੂ ਦਿਆ ਸਿੱਖਾ ਮਾਇਆ ਹੈ ਤੇਰੇ ਵਾਸਤੇ, ਜਿਹਦੇ ਨਾਲ ਜੁੜ ਕੇ ਤੈਨੂੰ ਰੱਬੀ ਗੁਣ, ਤੈਨੂੰ ਪਰਮਾਤਮਾ, ਤੈਨੂੰ ਰੱਬ ਵਿਸਰ ਜਾਂਦਾ ਹੈ। ਹਰ ਉਹ ਚੀਜ਼ ਮਾਇਆ ਹੈ ਤੇਰੇ ਵਾਸਤੇ। ਅਗਰ ਤੂੰ ਉੱਚੀ ਉੱਚੀ ਕੋਠੀਆਂ ਵਿੱਚ ਰਹਿੰਦਾ ਹੈ, ਓਡੀ ਵਰਗੀਆਂ, ਮਰਸੀਡੀਜ਼ ਬੈਂਜ ਵਰਗੀਆਂ ਕਾਰਾਂ ਦੇ ਵਿੱਚ ਸਵਾਰੀ ਕਰਦਾ ਹੈ, ਪਰ ਤੈਨੂੰ ਰੱਬੀ ਗੁਣ ਚੇਤੇ ਨੇ, ਤੂੰ ਮਾਇਆ ਤੋਂ ਬਚ ਕੇ ਰਹਿ ਸਕਦਾ ਹੈ। ਇਸ ਤੇ ਉਲਟ ਕਰ ਪਰਿਵਾਰ ਗੁਰੂ ਦਿਆ ਸਿੱਖਾ, ਤੂੰ ਛੱਡ ਕੇ ਚਲਾ ਗਿਆ, ਜੰਗਲਾਂ ਵਿੱਚ ਚਲਾ ਗਿਆ, ਇੱਕ ਛੋਟੀ ਜੀ ਚੁੱਗੀ ਚੋਪੜੀ ਬਣਾ ਕੇ ਉਹਦੇ ਵਿੱਚ ਰਹਿ ਰਿਹਾ ਹੈ। ਅਗਰ ਉਸ ਛੋਟੀ ਜੀ ਚੁੱਗੀ ਚੋਪੜੀ ਵਿੱਚ ਰਹਿੰਦੇ ਹੋਏ ਤੈਨੂੰ ਰੱਬੀ ਗੁਣ ਵਿਸਰ ਗਏ, ਤਾਂ ਬਾਬਾ ਨਾਨਕ ਕਹਿੰਦਾ ਹੈ ਗੁਰੂ ਦਿਆ ਸਿੱਖਾ ਤੂੰ ਮਾਇਆ ਦੇ ਵਿੱਚ ਹੈ। ਹੁਣ ਸੋਚ ਕੇ ਦੇਖੋ, ਇੱਕ ਆਪਾਂ ਕਲਗੀਧਰ ਪਿਤਾ ਉਹਨਾਂ ਦਾ ਜ਼ਿਕਰ ਕੀਤਾ, ਇੱਕ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਨੇ, ਜਦੋਂ ਉਹਨਾਂ ਦੇ ਮੋਢੇ ਤੇ ਬਾਜ ਹੈ, ਸਿਰ ਤੇ ਤਾਜ ਹੈ, ਇੰਨਾ ਵੱਡਾ ਕਿਲਾ ਹੈ, ਇੰਨੀ ਵਧੀਆ ਵਧੀਆ ਸੇਜ ਹੈ ਜਿੱਥੇ ਉਹ ਸੌਂਦੇ ਨੇ। ਤੇ ਅੱਜ ਉਹੀ ਕਲਗੀਧਰ ਪਿਤਾ ਮਾਛੀਵਾੜੇ ਦੇ ਜੰਗਲਾਂ ਤੇ ਪਏ ਨੇ, ਟਿੰਡ ਦਾ ਸਰਾਣਾ, ਪੱਥਰ ਦਾ ਸਰਾਣਾ ਲਿੱਤਾ ਹੋਇਆ ਹੈ। ਨਾ ਅੱਜ ਉਹਨਾਂ ਦੇ ਸਿਰ ਤੇ ਤਾਜ ਹੈ, ਨਾ ਮੋਢੇ ਤੇ ਬਾਜ ਹੈ, ਨਾ ਸੋਨੇ ਸੋਨੇ ਘੋੜੇ ਨੇ, ਨਾ ਪੈਰਾਂ ਦੇ ਵਿੱਚ ਉਹਨਾਂ ਦੇ ਜੋੜੇ ਨੇ, ਜਾਮਾ ਲੀਰੋ ਲੀਰ ਹੋਇਆ ਪਿਆ ਹੈ। ਕਲਗੀਧਰ ਪਿਤਾ ਜਦੋਂ ਸਾਰੀਆਂ ਚੀਜ਼ਾਂ ਮੌਜੂਦ ਸੀ ਤਾਂ ਵੀ ਖੇੜੇ ਵਿੱਚ ਸੀ, ਅੱਜ ਕੁਝ ਵੀ ਮੌਜੂਦ ਨਹੀਂ ਹੈ। ਦੋ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾ ਕੇ ਆ ਚੁੱਕੇ ਨੇ, ਦੋਆਂ ਦਾ ਪਤਾ ਨਹੀਂ ਕਿੱਥੇ ਗਏ, ਮਾਤਾ ਕਿੱਥੇ ਗਈ ਪਤਾ ਨਹੀਂ, ਧਰਮ ਪਤਨੀ ਕਿੱਥੇ ਗਈ ਪਤਾ ਨਹੀਂ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲੈ ਕੇ, ਪੱਥਰ ਦਾ ਸਰਾਣਾ ਲੈ ਕੇ ਉਹ ਕਲਗੀਧਰ ਪਿਤਾ ਪਿਆ ਹੈ। ਇਹੋ ਜੀ ਸਿਚੁਏਸ਼ਨ ਦੇ ਵਿੱਚ ਵੀ ਕਲਗੀਧਰ ਪਿਤਾ ਖੇੜੇ ਵਿੱਚ। ਇਹ ਹੁੰਦਾ ਹੈ ਮਾਇਆ ਤੋਂ ਮੁਕਤ ਹੋ ਕੇ ਰਹਿਣਾ, ਕਿਸੇ ਵੀ ਚੀਜ਼ ਦੀ ਪਕੜ ਨਾ ਹੋਣਾ। ਬਾਬਾ ਮਾਇਆ ਰਚਨਾ ਤੋਂ ਕਿਸੇ ਵੀ ਚੀਜ਼ ਦੀ ਪਕੜ ਨਾ ਹੋਣਾ, ਇਹ ਹੁੰਦਾ ਹੈ ਮਾਇਆ ਤੋਂ ਬਚ ਕੇ ਰਹਿਣਾ। ਇੱਥੇ ਗੁਰੂ ਨਾਨਕ ਜੀ, ਬਾਬਾ ਨਾਨਕ ਜੀ ਕੀ ਕਹਿ ਰਹੇ ਨੇ? ਬਾਬਾ ਮਾਇਆ ਰਚਨਾ ਤੋਂ, हे ਭਾਈ ਹੁਣ ਅਸੀਂ ਮਾਇਆ ਸਮਝ ਲਈ, ਹਰ ਉਹ ਚੀਜ਼ ਮਾਇਆ ਹੈ ਜਿਸ ਨਾਲ ਜੁੜ ਕੇ ਮੈਨੂੰ ਰੱਬੀ ਗੁਣ, ਮੈਨੂੰ ਪਰਮਾਤਮਾ, ਮੈਨੂੰ ਮੇਰਾ ਰੱਬ ਵਿਸਰ ਜਾਂਦਾ ਹੈ। ਇੱਥੇ ਬਾਬਾ ਨਾਨਕ ਜੀ ਕਹਿ ਰਹੇ ਨੇ, ਬਾਬਾ ਮਾਇਆ ਰਚਨਾ ਤੋਂ ਤੂੰ ਮਾਇਆ ਦੇ ਚੱਕਰਾਂ ਦੇ ਵਿੱਚ ਪੈ ਕੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਹੈ। ਇਹ ਇੱਕ ਧੋਖਾ ਹੈ, ਇਹ ਹਮੇਸ਼ਾ ਤੇਰੇ ਨਾਲ ਤੁਰਨ ਵਾਲੀ ਨਹੀਂ। ਪਰ ਗੁਰੂ ਦੀ ਸਿੱਖਿਆ ਮੰਨੀ ਨਹੀਂ ਤੇ ਬੰਦਾ ਕੀ ਕਰਦਾ ਹੈ? ਅੰਧਾ ਨਾਮ ਵਿਸਾਰਿਆ, ਮਾਇਆ ਦੇ ਵਿੱਚ ਅੰਧਾ ਹੋਇਆ ਮਨ, ਉਹਨੇ ਨਾਮ ਨੂੰ ਵਿਸਾਰ ਦਿੱਤਾ। ਨਾ ਤਿਸ ਤੇ ਉਹਦੇ ਨਾਲ ਬਣੀ ਕੀ? ਫਿਰ ਮਾਇਆ ਦੇ ਵਿੱਚ ਗਲਤਾਨ ਹੋ ਕੇ ਮਤ ਸੁਰਤ ਨੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ, ਤੇ ਫਿਰ ਉਹਦੇ ਨਾਲ ਬਣੀ ਕੀ? ਨਾ ਤਿਸ ਇਹ ਨਾ ਉਹ। ਅਸੀਂ ਕਹਿੰਦੇ ਆ ਨਾ ਕਿ ਇਹ ਬੰਦਾ ਨਾ ਇੱਧਰ ਦਾ ਰਿਹਾ ਨਾ ਉੱਧਰ ਦਾ, ਉਹੀ ਗੱਲ ਇੱਥੇ ਹੋ ਰਹੀ ਹੈ। ਮਾਇਆ ਦੇ ਰਸਾ ਕਸਾ ਵਿੱਚ ਗਲਤਾਨ ਹੋ ਕੇ ਬੰਦਾ ਨਾ ਇੱਧਰ ਦਾ ਰਿਹਾ ਨਾ ਉੱਧਰ ਦਾ ਰਿਹਾ। ਅੱਜ ਸ਼ਰਾਬ ਪੀ ਪੀ ਕੇ, ਸ਼ਰਾਬ ਦੇ ਰਸਾ ਕਸਾ ਦੇ ਵਿੱਚ ਗਲਤਾਨ ਹੋ ਕੇ ਅੱਜ ਡਾਕਟਰ ਕੋਲ ਗਿਆ, ਡਾਕਟਰ ਨੇ ਜਵਾਬ ਦੇ ਦਿੱਤਾ, ਜੇ ਅਗਰ ਤੂੰ ਹੋਰ ਸ਼ਰਾਬ ਪੀਤੀ ਤੇ ਤੂੰ ਮਰ ਜਾਏਗਾ। ਨਾ ਹੁਣ ਉਹ ਬੰਦਾ ਸ਼ਰਾਬ ਦਾ ਰਸ ਮਾਣ ਪਾ ਰਿਹਾ ਹੈ, ਤੇ ਦੂਸਰਾ ਨਾ ਇਸ ਪਾਸੋਂ ਦਾ ਰਿਹਾ, ਨਾ ਹੁਣ ਸ਼ਰਾਬ ਦਾ ਰਸ ਮਾਣਿਆ ਜਾ ਰਿਹਾ ਹੈ, ਨਾ ਉਸ ਪਾਸੇ ਦਾ ਰਿਹਾ, ਕਿਉਂਕਿ ਲੀਵਰ ਖਰਾਬ ਹੋ ਗਿਆ।
ਆਪਣਾ ਘਰ ਛੱਡ ਕੇ ਕਾਮ ਵਾਸ਼ਨਾ ਦੇ ਵਿੱਚ ਲਿਪਤ ਹੋ ਕੇ ਕਰ ਕਰ ਜਾ ਕੇ ਮੂੰਹ ਮਾਰਨ ਵਾਲਾ ਅੱਜ ਏਡਸ ਵਰਗੀਆਂ ਬਿਮਾਰੀਆਂ ਲਗਾ ਬੈਠਾ ਹੈ। ਨਾ ਤਿਸ ਇਹ ਨਾ ਹੁਣ ਉਹ ਕਾਮ ਵਾਸ਼ਨਾ ਨੂੰ ਭੋਗ ਸਕਦਾ ਹੈ, ਨਾ ਤਿਸ ਇਹ ਨਾ ਉਹ ਇੱਧਰ ਦਾ ਰਿਹਾ ਤੇ ਏਡਸ ਵਰਗੀਆਂ ਬਿਮਾਰੀਆਂ ਲਗਾ ਬੈਠਾ ਹੈ। ਨਾ ਤਿਸ ਇਹ ਨਾ ਉਹ, ਨਾ ਇੱਧਰ ਦਾ ਰਿਹਾ ਨਾ ਉੱਧਰ ਦਾ। ਸਭ ਕੁਝ ਸੁਰਤ ਪੱਧਰ ਤੇ, ਸਭ ਕੁਝ ਸੁਰਤ ਪੱਧਰ ਤੇ ਸਾਰੀਆਂ ਬਾਤਾਂ ਹੁੰਦੀਆਂ। ਸੋ ਅਗਰ ਸਾਡੀ ਮਤ ਸੁਰਤ ਨੇ, ਸਾਡੀ ਮਤ ਸੁਰਤ ਦੇ ਵਿੱਚ ਗੁਣ ਸਾਡੀ ਮਤ ਸੁਰਤ ਤੋਂ ਵਿਸਰ ਗਏ ਤੇ ਮਾਇਆ ਦਾ ਪ੍ਰਭਾਵ ਹੋ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ, ਉਹ ਗੁਰੂ ਦਿਆ ਸਿੱਖਾ, ਇਹ ਮਾਇਆ ਜਿਹਦੇ ਵਿੱਚ ਗਲਤਾਨ ਹੋਇਆ ਪਿਆ ਹੈ, ਇਹ ਇੱਕ ਧੋਖਾ ਹੈ। ਅਗਰ ਤੂੰ ਇਸ ਮਾਇਆ ਦੇ ਵਿੱਚ ਲਿਪਤ ਹੋ ਗਿਆ, ਨਾ ਤੂੰ ਇੱਧਰ ਦਾ ਰਹਿਣਾ ਹੈ ਨਾ ਤੂੰ ਉੱਧਰ ਦਾ ਰਹਿਣਾ ਹੈ, ਆਪਣੀ ਜ਼ਿੰਦਗੀ ਖੁਆਰ ਕਰ ਬੈਠੇਗਾ ਸਿੱਖਾ, ਮੰਨ ਜਾ। ਸੰਗਤ ਜੀ, ਇਹੀ ਨਾ ਰਾਹੋ ਵਾਲੀ ਪੰਕਤੀ, ਇਹ ਰਾਹੋ ਵਾਲੀ ਪੰਕਤੀ ਨੂੰ ਦਾਸ ਚਾਹੁੰਦਾ ਹੈ ਕਿ ਥੋੜਾ ਜਿਹਾ ਹੋਰ ਆਪਾਂ ਕਰੀਏ, ਕਿਉਂਕਿ ਬਾਕੀ ਸਾਰੀਆਂ ਪੰਕਤੀਆਂ ਤਾਂ 5-5 10-10 ਮਿੰਟ 'ਚ ਹੋ ਜਾਣਗੀਆਂ, ਪਰ ਆ ਜਿਹੜੀ ਰਾਹੋ ਵਾਲੀ ਪੰਕਤੀ, ਇੱਥੇ ਥੋੜਾ ਜਿਹਾ ਸਾਨੂੰ ਹੋਰ ਸਮਾਂ ਗੁਜ਼ਾਰਨਾ ਚਾਹੀਦਾ ਤਾਂ ਕਿ ਸ਼ਬਦ ਅੱਛੇ ਤਰੀਕੇ ਨਾਲ, ਜਿੰਨੀ ਵੀ ਸੰਗਤ ਬੈਠੀ ਹੈ, ਦਾਸ ਦਾ ਅਕਸਰ ਇਹੀ ਗੱਲ ਰਹਿੰਦੀ ਹੈ ਕਿ ਇੱਕ ਇੱਕ ਅੱਖਰ ਸਾਡੇ ਅੰਦਰ ਤੱਕ ਜਾਵੇ। ਦਾਸ ਆਪਣੇ ਵੱਲੋਂ 100% ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਅੰਦਰ ਜਾਵੇ, ਸਾਡੀ ਜ਼ਿੰਦਗੀ ਸਵਰ ਜਾਏ। ਤੇ ਆ ਰਾਹੋ ਵਾਲੀ ਪੰਕਤੀ, ਇਹਨੂੰ ਦਾਸ ਇੱਕ ਵਾਰੀ ਹੋਰ ਖੋਲਣਾ ਚਾਹੁੰਦਾ। ਇੱਕ ਭਾਈ ਗੁਰਦਾਸ ਜੀ ਦੀ ਵਾਰ ਆਂਦੀ, ਕਿਹੜੀ ਵਾਰ? ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਅਸੀਂ ਇਹ ਜਿਹੜੀ ਵਾਰ ਹੈਗੀ ਹੈ ਦੀਵਾਲੀ ਵਾਲੇ ਦਿਨ ਵੜਦੇ ਹਾਂ। ਹੁਣ ਆ ਦੇਖੋ, ਆ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਇਹ ਵਾਰ ਇਸ ਰਾਹੋ ਵਾਲੀ ਪੰਕਤੀ ਦੀ ਵਿਆਖਿਆ ਕਰਦੀ ਪਈ ਹੈ। ਅਸੀਂ ਕਦੀ ਸੋਚਿਆ ਨਹੀਂ, ਅਸੀਂ ਸੋਚਦੇ ਹਾਂ ਕਿ ਦੀਵਾਲੀ ਦੀ ਰਾਤ, ਤੇ ਸਾਡੇ ਰਾਗੀ ਸਿੰਘ ਹਰ ਪਾਸੇ ਸਾਰੇ ਗੁਰਦੁਆਰਿਆਂ ਦੇ ਵਿੱਚ ਦੀਵਾਲੀ ਵਾਲੇ ਦਿਨ ਇਹ ਵਾਰ ਪੜੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਤੇ ਕੀ ਇੱਥੇ ਦੀਵੇ ਬਾਲਣ ਵਾਸਤੇ ਕਿਹਾ ਜਾ ਰਿਹਾ ਹੈ, ਇਹ ਅੱਜ ਸਮਝਣਾ। ਇਹ ਵਾਰ ਲੈਂਦਾ ਮੇਰੇ ਦੋ ਮਕਸਦ ਨੇ। ਪਹਿਲਾ ਮਕਸਦ ਤਾਂ ਇਹੀ ਹੈ ਕਿ ਆ ਜਿਹੜੀ ਰਾਹੋ ਵਾਲੀ ਪੰਕਤੀ ਹੈ, ਇਹਨੂੰ ਆਪਾਂ ਨੇ ਅੱਛੇ ਤਰੀਕੇ ਨਾਲ ਸਮਝਣਾ ਹੈ। ਤੇ ਦੂਸਰੀ ਗੱਲ ਇਹ ਹੈ ਤਾਂ ਕਿ ਇਹ ਜਿਹੜੀ ਵਾਰ ਹੈ ਨਾ, ਇਹ ਕਲੀਅਰ ਹੋ ਸਕੇ। ਅਸੀਂ ਇਹਨੂੰ ਦੀਵਾਲੀ ਵਾਲੇ ਦਿਨ ਪੜ੍ਹ ਕੇ ਜੋ ਭਾਈ ਗੁਰਦਾਸ ਜੀ ਇੰਨਾ ਬਾ ਕਮਾਲ ਸੰਦੇਸ਼ ਦੇਣਾ ਚਾਹੁੰਦੇ ਆ, ਉੱਥੋਂ ਅਸੀਂ ਖੁੰਝੇ ਰਹਿ ਜਾਂਦੇ। ਸਭ ਤੋਂ ਪਹਿਲਾਂ ਸੰਗਤ ਜੀ, ਅਸੀਂ ਇਹ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਇਸ ਵਾਰ ਨੂੰ ਸੰਗਤੀ ਰੂਪ ਵਿੱਚ ਗਾਇਨ ਕਰਾਂਗੇ। ਉਸ ਤੋਂ ਬਾਅਦ ਇਸ ਵਾਰ ਦੇ ਅਰਥ ਸਮਝਾਂਗੇ ਤੇ ਕਿਵੇਂ ਇਹ ਰਾਹੋ ਵਾਲੀ ਪੰਕਤੀ ਨਾਲ ਇੱਕ ਮਿਕਤਾਲ ਮੇਲ ਇਸ ਪੰਕਤੀ ਦਾ ਬੈਠਦਾ, ਇਸ ਵਾਰ ਦਾ ਬੈਠਦਾ ਹੈ, ਉਹ ਸਮਝਣ ਦਾ ਯਤਨ ਕਰਾਂਗੇ। ਆਓ ਇਸ ਵਾਰ ਨੂੰ ਪਹਿਲੇ ਸੰਗਤੀ ਰੂਪ ਦੇ ਵਿੱਚ ਪੜ੍ਹੀਏ ਜੀ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। रल के पढ़ना है जी, स्क्रीन पे सारा शब्द विजिबल है। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵੇ ਬਾਲੀਆਂ,
ਨਿਹਾਲੀਆਂ ਨੈਣ ਨਿਹਾਲੀਆਂ ਹਰ ਚੰਦੋਰੀ ਜਾਤ ਵਸਾਏ ਉਚਾਲੀਆਂ ਵਸਾਏ ਉਚਾਲੀਆਂ ਸੰਗਤ ਜੀ ਉੱਚੀ ਉੱਚੀ ਬੋਲੋ, ਆਵਾਜ਼ ਨਹੀਂ ਪਹੁੰਚ ਰਹੀ। ਉਚਾਲੀਆਂ ਵਸਾਏ ਉਚਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਪਾਲੀਆਂ ਅੰਬਰ ਪਾਲੀਆਂ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ ਚੁਣ ਚੁਣ ਚਾਲੀਆਂ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਹਰ ਚੰਦੋਰੀ ਜਾਤ ਵਸਾਏ ਉਚਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ ਸੰਗਤ ਜੀ ਭਾਈ ਗੁਰਦਾਸ ਜੀ ਦੀ ਵਾਰ ਜਿੰਨੀਆਂ ਵੀ ਵਾਰਾਂ ਨੇ ਉਹਦੀ ਇੱਕ ਖਾਸੀਅਤ ਹੈ। ਭਾਈ ਗੁਰਦਾਸ ਜੀ ਕੀ ਕਰਦੇ ਨੇ, ਆਪਣੀ ਜਿਹੜੀ ਵੀ ਵਾਰ ਉਚਾਰਨ ਕਰਦੇ ਨੇ ਉਹ ਪਹਿਲੇ ਉਦਾਹਰਨ ਦਿੰਦੇ ਆ। 3-4 ਪੰਕਤੀਆਂ ਦੇ ਵਿੱਚ ਉਹ ਉਦਾਹਰਨ ਦਿੰਦੇ ਨੇ, ਐਗਜ਼ਾਮਪਲ ਦਿੰਦੇ ਨੇ ਤੇ ਆਖਿਰ ਵਿੱਚ ਗੁਰਮਤਿ ਦੀ ਗੱਲ ਸਮਝਾਉਂਦੇ ਨੇ ਆਖਿਰ ਵਿੱਚ। ਤੇ ਅਸੀਂ ਕੀ ਕਰਦੇ ਆ, ਅਸੀਂ ਪਹਿਲੇ ਉਦਾਹਰਨ ਦੇ ਨਾਲ ਜੁੜ ਜਾਂਦੇ ਆ ਤੇ ਜਿਹੜੀ ਗੁਰਮਤਿ ਦੀ ਗੱਲ ਹੁੰਦੀ ਆ ਉਹਦੇ ਤੋਂ ਵਾਂਝੇ ਰਹਿ ਜਾਂਦੇ। ਹੁਣ ਇੱਥੇ ਪਹਿਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿ ਰਹੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਦੀਵਾਲੀ ਦੀ ਰਾਤ ਦੀਵੇ ਬਾਲਣ ਵਾਸਤੇ ਨਹੀਂ ਕਿਹਾ ਜਾ ਰਿਹਾ, ਇੱਥੇ ਕਿਹਾ ਜਾ ਰਿਹਾ ਹੈ ਦੀਵਾਲੀ ਦੀ ਰਾਤ ਦੀਵੇ ਬਾਲਣ ਵਾਲਿਓ। ਇਹ ਰਾਤੀ ਦੀਵੇ ਤੁਸੀਂ ਬਾਲਣੇ ਨੇ, ਸਵੇਰੇ ਤੱਕ ਬੁੱਝ ਜਾਣੇ ਨੇ। ਹਮੇਸ਼ਾ ਵਾਸਤੇ ਇਹ ਦਿਵਿਆਂ ਨੇ ਜਗਦੇ ਨਹੀਂ ਰਹਿਣਾ। ਰਾਤੀ ਦੀਵੇ ਬਾਲੋਗੇ ਸਵੇਰੇ ਤੱਕ ਬੁੱਝ ਜਾਣਗੇ। ਅਗਲਾ ਉਦਾਹਰਣ ਬਿਲਕੁਲ ਹੀ ਵੱਖਰਾ, ਅਸੀਂ ਇਹੀ ਪੰਕਤੀ ਵਾਰੀ ਵਾਰੀ ਪੜ੍ਹਦੇ ਹਾਂ। ਅਗਲਾ ਉਦਾਹਰਣ ਬਿਲਕੁਲ ਹੀ ਵੱਖਰਾ, ਤਾਰੇ ਜਾਤ ਸਨਾਤ ਅੰਬਰ ਪਾਲੀਆਂ। ਹੁਣ ਦੀਵਾਲੀ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਅਗਲੀ ਪੰਕਤੀ ਦਾ, ਬਿਲਕੁਲ ਹੀ ਵੱਖਰਾ ਉਦਾਹਰਣ। ਤੇ ਅਸੀਂ ਵਾਰੀ ਵਾਰੀ ਇਹੋ ਪੰਕਤੀ ਵਾਰੀ ਵਾਰੀ ਰਿਪੀਟ ਸਾਡੇ ਰਾਗੀ ਸਿੰਘ ਕਰਦੇ ਆ ਤੇ ਸਾਨੂੰ ਲੱਗਦਾ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲਣ ਵਾਸਤੇ ਕਿਹਾ ਜਾ ਰਿਹਾ ਹੈ। नहीं नहीं नहीं, अगला उदाहरण की है तारे जात सनात अंबर पालियन। ओ गुरु दिया सिक्का राती जो टिमटिमांदे तारे तू देखदा है आसमान ते। राती दिसदे ने सवेरे होंदे होंदे सूरज चढ़ आंदा है, ओ तारे दिसदे नहीं। अगला उदाहरण फुल्लां दी बागात चुन चुन चालियन। बगीचे दे विच बहुत सारे फुल लगे होए ने। थोड़ी देर बाद माली आया, माली ने सारे फुल तोड़ दिते ते तोड़ के लै गया। ते वो फुल लगे हुए फुल हमेशा वास्ते नहीं ने। अगला उदाहरण तीरथ जाति जात नैन निहालियन। मैं तीर्था ते गया, मैं हरमंदर साहब गया, मैं सवेरे गया ते शामी
ਵਾਪਸ ਪਰਤ ਆਇਆ। ਹਮੇਸ਼ਾ ਮੈਂ ਤੀਰਥਾਂ ਤੇ ਨਹੀਂ ਰਹਿੰਦਾ, ਮੈਂ ਮੱਥਾ ਟੇਕ ਕੇ ਵਾਪਸ ਘਰੇ ਆ ਜਾਣਾ, ਹਮੇਸ਼ਾ ਉੱਥੇ ਨਹੀਂ ਰਹਿਣਾ। ਅਗਲਾ ਉਦਾਹਰਨ, ਹਰ ਚੰਦੋਰੀ ਚਾਤ ਵਸਾਏ ਉਚਾਲੀਆਂ। ਜਦੋਂ ਸੰਗਤ ਜੀ ਬਹੁਤ ਗਰਮੀ ਦਾ ਸਮਾਂ ਹੋਵੇ, ਅਸੀਂ ਸੜਕ ਤੇ ਤੁਰੇ ਜਾਈਏ ਤੇ ਸਾਨੂੰ ਲੱਗਦਾ ਹੈ ਕਿ ਅੱਗੇ ਪਾਣੀ ਪਿਆ, ਤੇ ਜਦੋਂ ਅਸੀਂ ਥੋੜਾ ਜਿਹਾ ਅੱਗੇ ਜਾਂਦੇ ਆ ਉਹ ਪਾਣੀ ਹੁੰਦਾ ਨਹੀਂ, ਅੱਖ ਦਾ ਧੋਖਾ ਹੁੰਦਾ ਹੈ। ਤੇ ਕਹਿੰਦੇ ਜਿਵੇਂ ਉਹ ਪਾਣੀ ਅਸਲ ਵਿੱਚ ਹੁੰਦਾ ਨਹੀਂ, ਇੱਕ ਧੋਖਾ ਹੁੰਦਾ ਹੈ। ਜਿਵੇਂ ਰਾਤੀ ਤਾਰੇ ਟਿਮਟਿਮਾਉਂਦੇ ਪਏ ਨੇ, ਸਵੇਰੇ ਧੁੱਪ ਆਈ ਤੇ ਉਹ ਤਾਰਿਆਂ ਨੇ ਛਿਪ ਜਾਣਾ ਹੈ। ਜਿਵੇਂ ਰਾਤੀ ਦੀਵਾਲੀ ਵਾਲੇ ਦਿਨ ਸਿੱਖਾ ਤੂੰ ਦੀਵੇ ਬਾਲਦਾ ਹੈ, ਸਵੇਰੇ ਤੱਕ ਉਹ ਬੁਝ ਜਾਂਦੇ ਨੇ, ਠੀਕ ਐਸੀ ਤਰੀਕੇ ਨਾਲ ਜਿਹੜੇ ਤੂੰ ਮਾਇਆ ਦੇ ਰਸਾ ਕਸਾ ਦੇ ਵਿੱਚ ਗਲਤਾਨ ਹੋਇਆ ਪਿਆ ਹੈ, ਅੱਜ ਤੂੰ ਉਹਨਾਂ ਦਾ ਰਸ ਮੰਨ ਰਿਹਾ ਹੈ, ਥੋੜੇ ਚਿਰ ਬਾਅਦ ਇਹ ਰਸ ਨਹੀਂ ਰਹਿਣੇ, ਇਹਨਾਂ ਦੇ ਵਿੱਚੋਂ ਕੋੜਾਪਨ ਤੈਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏ। ਇਹ ਬਾਤ ਇੱਥੇ ਕੀਤੀ ਜਾ ਰਹੀ ਤੇ ਗੁਰਮਤਿ ਦੀ ਗੱਲ ਕਿਹੜੀ? ਗੁਰਮਤਿ ਦੀ ਗੱਲ, ਇਹ ਉਦਾਹਰਨ ਦੇਣ ਤੋਂ ਬਾਅਦ ਆਖਿਰ ਵਿੱਚ ਗੁਰਮਤਿ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਪਏ ਨੇ। ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ। ਜਿਹੜਾ ਗੁਰੂ ਨੂੰ ਮੁੱਖ ਰੱਖਦਾ ਹੈ, ਜਿਹੜਾ ਗੁਰੂ ਨੂੰ ਪਹਿਲੇ ਨੰਬਰ ਤੇ ਰੱਖਦਾ ਹੈ, ਜੋ ਗੁਰੂ ਦੀ ਸਿੱਖਿਆ ਨੂੰ ਆਪਣੇ ਅਮਲੀ ਜੀਵਨ ਵਿੱਚ ਧਾਰਨ ਕਰਕੇ ਜੀਵਨ ਬਤੀਤ ਕਰਦਾ ਹੈ, ਉਹ ਕੀ ਕਰਦਾ ਹੈ? ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ। ਉਹ ਸ਼ਬਦ ਨੂੰ ਸੰਭਾਲਦਾ ਹੈ। ਉਹ ਇਹ ਸਭ ਟੈਂਪਰੇਰੀ ਚੀਜ਼ਾਂ ਨਾਲ ਨਹੀਂ ਜੁੜਦਾ, ਆ ਜਿਹੜੇ ਧੋਖੇ ਵਾਲੀਆਂ ਚੀਜ਼ਾਂ ਨੇ ਇਹਨਾਂ ਨਾਲ ਨਹੀਂ ਜੁੜਦਾ। ਉਹ ਇੱਕ ਸ਼ਬਦ ਨਾਲ ਜੁੜ ਕੇ ਆਪਣੀ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਬਣਾ ਲੈਂਦਾ ਹੈ। ਸ਼ਬਦ ਨਾਲ ਜੁੜਨ ਤੋਂ ਭਾਵ ਜੋ ਗੁਰਬਾਣੀ ਹੈ ਉਹਦੀ ਵਿਚਾਰ ਕਰਨੀ, ਵਿਚਾਰ ਕਰਕੇ ਜੋ ਸਿੱਖਿਆ ਸਾਨੂੰ ਮਿਲਦੀ ਪਈ ਹੈ, ਸਿਰਫ ਵਿਚਾਰ ਤੱਕ ਸੀਮਿਤ ਨਹੀਂ ਰਹਿਣਾ। ਮੈਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇ ਸਕਦਾ, ਮੈਂ ਦਾਅਵੇ ਨਾਲ ਕਹਿਣਾ ਮੈਨੂੰ ਬਹੁਤ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ, ਲੇਕਿਨ ਮੈਂ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਹੁਤ ਜ਼ਿਆਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦਾ। ਗਿਆਨ ਅਸਲ ਵਿੱਚ ਹੁੰਦਾ ਉਦੋਂ ਹੈ ਜਦੋਂ ਜੋ ਜਾਣਕਾਰੀ ਮਿਲੀ ਹੈ ਉਹ ਮੇਰੇ ਅਮਲੀ ਜੀਵਨ ਦੇ ਵਿੱਚ ਦਿਖੇ। ਗੱਲਾਂ ਤਾਂ ਵਿਚਾਰ ਕਰਨੀ ਬਹੁਤ ਸੌਖੀ ਹੈ, ਲੇਕਿਨ ਅਮਲ ਕਰਨਾ ਬਹੁਤ ਔਖਾ ਹੈ। ਸੋ ਸ਼ਬਦ ਸੰਭਾਲਣ ਤੋਂ ਭਾਵ ਸ਼ਬਦ ਦੀ ਵਿਚਾਰ ਕਰਨੀ ਹੈ। ਵਿਚਾਰ ਕਰਕੇ ਜੋ ਸਿੱਖਿਆ ਮਿਲੀ ਹੈ, ਜੋ ਟੀਚਿੰਗਸ ਮਿਲੀਆਂ ਨੇ, ਉਹ ਟੀਚਿੰਗਸ ਤੇ ਉਹ ਸਿੱਖਿਆ ਤੇ ਤੁਰਨਾ ਹੈ। ਤੇ ਜਦੋਂ ਅਸੀਂ ਉਸ ਟੀਚਿੰਗਸ ਤੇ ਉਸ ਸਿੱਖਿਆ ਤੇ ਤੁਰਨ ਲੱਗ ਜਾਂਦੇ ਹਾਂ ਤਾਂ ਸਾਡੀ ਮਤ ਸੁਰਤ ਦੇ ਵਿੱਚ ਗੁਣਾ ਦਾ ਪ੍ਰਕਾਸ਼ ਹੋ ਜਾਂਦਾ। ਜਦੋਂ ਗੁਣਾ ਦਾ ਪ੍ਰਕਾਸ਼ ਹੋ ਗਿਆ ਉਦੋਂ ਅਸੀਂ ਭਗਤੀ ਕੀਤੀ। ਲਾਸਟ ਵਾਰੀ ਵੀ ਅਸੀਂ ਇਹ ਬਾਤ ਆਪਣੇ ਦਿਮਾਗ ਦੇ ਵਿੱਚ ਵਸਾਈ ਸੀ, ਵਿਨ ਗੁਣ ਕੀਤੇ ਭਗਤ ਨਾ ਹੋਏ। ਤੇ ਜਦੋਂ ਸਾਡੀ ਮਤ ਸੁਰਤ ਦੇ ਵਿੱਚ ਗੁਣ ਆ ਜਾਂਦੇ ਨੇ ਉਦੋਂ ਅਸੀਂ ਸਹੀ ਤਰ੍ਹਾਂ ਨਾਲ ਸਮਝੀਏ ਕਿ ਅਸੀਂ ਭਗਤੀ ਕੀਤੀ ਹੈ, ਅਸੀਂ ਸਿਮਰਨ ਕੀਤਾ ਹੈ। ਤੇ ਇਹੀ ਬਾਤ ਹੈ ਸ਼ਬਦ ਨੂੰ ਸੰਭਾਲਣ ਤੋਂ। ਜਦੋਂ ਗੁਣਾ ਦਾ ਅਸੀਂ ਕਰ ਕੀ ਰਹੇ ਹਾਂ? ਅਸੀਂ ਗੁਰਬਾਣੀ ਨੂੰ ਪੜਨ ਤੱਕ ਸੀਮਿਤ ਰਹਿ ਗਏ, ਤੇ ਜਿਹੜੇ ਵਿਚਾਰਨ ਤੱਕ ਜਿਨ੍ਹਾਂ ਨੇ ਵਿਚਾਰ ਲਈ ਉਹ ਤਰਕ ਕਰੀ ਜਾਂਦੇ ਨੇ, ਇਦਾਂ ਕਰਨਾ ਚਾਹੀਦਾ, ਉਦਾਂ। ਉਹ ਮੰਨ ਤਾਂ ਲਓ, ਖੇਡ ਉਦੋਂ ਬਣਨੀ ਹੈ ਜਦੋਂ ਗੁਰਬਾਣੀ ਨੂੰ ਤੁਸੀਂ ਆਪਣੇ ਅਮਲੀ ਜੀਵਨ ਵਿੱਚ ਧਾਰਨ ਕਰੋ। ਸੋ ਇਹ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਇਹ ਕਹਿ ਰਹੇ ਨੇ, ਅਗਰ ਤੂੰ ਵੀ ਇਹ ਮਾਇਆ ਦੇ ਚੱਕਰਾਂ ਦੇ ਵਿੱਚ ਪੈ ਗਿਆ ਗੁਰੂ ਦਿਆ ਸਿੱਖਾ, ਨਾ ਤੂੰ ਇੱਧਰ ਦਾ ਰਹਿਣਾ ਹੈ ਨਾ ਤੂੰ ਉੱਧਰ ਦਾ ਰਹਿਣਾ ਹੈ। ਉਹੀ ਗੱਲ ਬਾਬਾ ਮਾਇਆ ਰਚਨਾ ਤੋਂ। ਹੁਣ ਸੋਚ ਕੇ ਦੇਖੋ ਕਿਹੜੀ ਬਾਤ ਇਸ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਹੋ ਰਹੀ ਹੈ, ਤੇ ਅਸੀਂ ਇੱਕੋ ਪੰਕਤੀ ਰਿਪੀਟ ਕਰ ਕਰਕੇ ਕੀ ਇਹਦੇ ਅਰਥ ਸਮਝਦੇ ਹਾਂ। ਇੱਕ ਗੱਲ ਇੱਥੇ ਮੈਂ ਹੋਰ ਕਰ ਦਵਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਦੀਵਾਲੀ ਤੁਸੀਂ ਮਨਾਓ ਨਾ। ਅਸੀਂ ਜਿਹੜੇ ਸੋਸਾਇਟੀ ਵਿੱਚ ਰਹਿੰਦੇ ਹਾਂ, ਜਿਹੜੇ ਸਮਾਜ ਵਿੱਚ ਰਹਿੰਦੇ ਹਾਂ, ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹੈ, ਸਭ ਦੇ ਰੀਤੀ ਰਿਵਾਜ ਵੱਖਰੇ ਵੱਖਰੇ ਆ। ਜ਼ਰੂਰ ਤੁਸੀਂ ਮਨਾਓ, ਉਹਨਾਂ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਵੋ, ਉਹ ਤੁਹਾਡੇ ਤਿਉਹਾਰਾਂ ਵਿੱਚ ਸ਼ਾਮਿਲ ਹੋਵੇ। ਹੁਣ ਇਸੇ ਨਾਲ ਹੀ ਇੱਕ ਵਧੀਆ ਸਮਾਜ ਸੋਸਾਇਟੀ ਬਣ ਸਕਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਨਾਨਕ ਨਿਰਮਲ ਪੰਥ ਚਲਾਇਆ। ਨਾਨਕ ਨੇ ਨਿਰਮਲ ਪੰਥ ਚਲਾਇਆ ਹੈ। ਗੁਰੂ ਦਿਆ ਸਿੱਖਾ ਦੀਵਾਲੀ ਜ਼ਰੂਰ ਮਨਾ ਤੂੰ, ਪਰ ਤੇਰਾ ਤਰੀਕਾ ਵੱਖਰਾ ਹੋਣਾ ਚਾਹੀਦਾ ਹੈ। ਤੂੰ ਵੀ ਅਗਰ ਪਟਾਕੇ ਚਲਾ ਕੇ ਹਵਾ ਨੂੰ ਦੂਸ਼ਿਤ ਕਰਦਾ ਰਿਹਾ, ਪੋਲਿਊਸ਼ਨ ਕਰਦਾ ਰਿਹਾ, ਸਵੇਰੇ ਉੱਠ ਕੇ ਤੂੰ ਕਿਵੇਂ ਪੜ ਲੇਗਾ ਪਵਨ ਗੁਰੂ ਪਾਣੀ ਪਿਤਾ?
रोजाना तू पवन गुरु पानी पिता पढ़दा है, राती तू पटाके वजाई जाना है ते हवा नूं दूषित करता। ओ गुरु दिया सिखा, तू भी सारियां वांगू दीवे बाल बाल के, मोमबत्तियां बाल बाल के, पता नहीं किन्ने लीटर तेल घ्यो फूक दिता है, ਉਹਦਾ ਕੀ ਫਾਇਦਾ ਹੋਇਆ। ਉਹ ਗੁਰੂ ਦਿਆ ਸਿੱਖਾ, ਤੂੰ ਨਿਰਮਲ ਪੰਥ ਦਾ ਵਾਸੀ ਹੈ। ਉਹ ਨਿਰਮਲ ਪੰਥ ਦੇ ਵਾਸੀਆ, ਤੇਰਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੋਣਾ ਚਾਹੀਦਾ। ਚਾਤੀ ਮਾਰ, ਤੇਰੇ ਪੜੋਸ ਦੇ ਵਿੱਚ ਤੂੰ ਤਾਂ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਪਟਾਕੇ, ਲੱਖਾਂ ਦੀ ਤਾਦਾਦ ਦੇ ਕਈ ਪਟਾਕੇ ਵਜਾ ਕੇ ਵੇਸਟ ਕਰ ਦਿੰਦੇ ਨੇ। ਪਤਾ ਨਹੀਂ ਕਿੰਨੇ ਪੈਸੇ ਘਿਓ ਦੇ ਦੀਵੇ ਬਾਲ ਬਾਲ ਕੇ ਵੇਸਟ ਕਰ ਦਿੰਦੇ ਨੇ। ਉਹ ਗੁਰੂ ਦਿਆ ਸਿੱਖਾ, ਆਪਣੇ ਪੜੋਸ ਦੇ ਵਿੱਚ ਚਾਤੀ ਮਾਰ ਕੇ ਤਾਂ ਦੇਖ। ਉਹ ਤੇਰੇ ਪੜੋਸ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਉਹ ਪਰਿਵਾਰ ਦਾ ਦੀਵਾਲੀ ਵਾਲੇ ਦਿਨ ਵੀ ਉਹਦੇ ਘਰ ਦੇ ਵਿੱਚ ਅੰਧੇਰਾ ਹੈ। ਉਹ ਜਾ ਕੇ ਦੀਵਾਲੀ ਵਾਲੇ ਦਿਨ ਨਿਰਮਲ ਪੰਥ ਦੇ ਵਾਸੀਆ ਉਸ ਘਰ ਦੇ ਵਿੱਚ ਜਾ ਕੇ ਇਹੋ ਜਿਹਾ ਪ੍ਰਬੰਧ ਕਰ ਦੇ, ਅਗਲੀ ਦੀਵਾਲੀ ਤੱਕ ਉਹਦੇ ਘਰੇ ਅੰਧੇਰਾ ਨਾ ਹੋਏ। ਬਾਬਾ ਨਾਨਕ ਖੁਸ਼ ਹੋਏ। ਨਿਰਮਲ ਪੰਥ ਦੇ ਵਾਸੀਆ, ਤੇਰਾ ਤਰੀਕਾ, ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੋਣਾ ਚਾਹੀਦਾ। ਤੇਰੇ ਪੜੋਸ ਦੇ ਵਿੱਚ ਇੱਕ ਬੱਚਾ ਰਹਿੰਦਾ ਹੈ, ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ, ਮਾਪੇ ਵਧੀਆ ਸਕੂਲ ਦੇ ਵਿੱਚ ਉਹਨੂੰ ਨਹੀਂ ਪਾ ਰਹੇ। ਉਹ ਦੀਵਾਲੀ ਦੇ ਵਿੱਚ ਪਟਾਕੇ ਵਜਾ ਕੇ, ਪੈਸੇ ਬਰਬਾਦ ਕਰਕੇ ਉਹਦੇ ਨਾਲ ਕੁਝ ਨਹੀਂ ਮਿਲਣਾ। ਉਹ ਜਾ ਕੇ ਪ੍ਰਬੰਧ ਕਰਦੇ, 1 ਸਾਲ ਦੀ ਉਹਦੀ ਫੀਸ ਤਾਰ ਦੇ। ਬਾਬਾ ਨਾਨਕ ਖੁਸ਼ ਹੋਏ। ਸੋ ਇਹ ਬਾਤ ਹੈ ਤਿਉਹਾਰ ਮਨਾਓ। ਹੁਣ ਸੰਗਤਾਂ ਇੱਥੇ ਬੈਠੀਆਂ ਨੇ, ਦੀਵਾਲੀ ਆਉਣ ਵਾਲੀ ਹੈ, ਪ੍ਰਬੰਧਕ ਸੱਜਣ ਕਹਿੰਦੇ ਰਹਿ ਜਾਂਦੇ ਹੈ। ਅੱਜ ਜਦੋਂ ਅਸੀਂ ਵੇਖਦੇ ਹਾਂ ਨਿਸ਼ਾਨ ਸਾਹਿਬ ਦੇ ਇਰਦ ਗਿਰਦ ਕਿੰਨੇ ਦੀਵੇ ਅਸੀਂ ਬਾਲ ਦਿੰਦੇ ਹਾਂ, ਕਿੰਨੀਆਂ ਮੋਮਬੱਤੀਆਂ। ਸਵੇਰੇ ਵਿਚਾਰੇ ਸੇਵਾਦਾਰ ਉਹ ਜਿਹੜੀਆਂ ਮੋਮ ਉਤਾਰਦੇ ਰਹਿ ਜਾਂਦੇ ਨੇ, ਪਤਾ ਨਹੀਂ ਇੰਨੀ ਜੰਮ ਜਾਂਦੀ ਹੈ, ਉਤਾਰਦੇ ਰਹਿ ਜਾਂਦੇ। ਕੀ ਫਾਇਦਾ ਹੋਇਆ? ਤਰੀਕਾ ਬਦਲੋ, ਤਿਉਹਾਰ ਮਨਾਓ, ਤਰੀਕਾ ਬਦਲ ਲਓ। ਹੁਣ ਅਗਲੀ ਵਾਰੀ ਇਸ ਸਾਲ ਹੀ ਦੀਵਾਲੀ ਆਣੀ ਹੈ। ਜਿਹੜੀ ਸੰਗਤ ਇੱਥੇ ਬੈਠੀ ਹੈ ਉਹਨਾਂ ਵਿੱਚੋਂ 1-2 ਵੀ ਅਗਰ ਸਮਝ ਜਾਣ ਤੇ ਜਿਹੜੇ ਸਮਝ ਕੇ ਕਰੇ ਜਾ ਕੇ ਹੋਰਾਂ ਨੂੰ ਦੱਸ ਦੇਣ, ਅੱਜ ਦੀ ਕੀਤੀ ਹੋਈ ਕਥਾ ਸਫਲ ਹੋ ਜਾਏਗੀ। ਨਿਰਮਲ ਪੰਥ ਦੇ ਵਾਸੀਓ, ਤੁਹਾਡਾ ਹਰ ਗੱਲ ਤੁਹਾਡੀ ਨਿਰਮਲ ਹੋਣੀ ਚਾਹੀਦੀ ਹੈ, ਵੱਖਰੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਨਿਰਮਲ ਪੰਥ ਦੇ, ਫਿਰ ਅਸੀਂ ਕਹਿੰਦੇ ਅਸੀਂ ਕਿ ਇੱਕ ਵੱਖਰੀ ਕੌਮ ਹੈ, ਵੱਖਰੀ। ਉਹ ਯਾਰ ਤੁਹਾਡੇ ਸਾਰੇ ਕੰਮ ਤਾਂ ਹੋ ਜੇ ਨੇ, ਫਿਰ ਤੁਸੀਂ ਵੱਖਰੇ ਕਿਉਂ ਕਹਿੰਦੇ ਹੋ ਆਪਣੇ ਆਪ ਨੂੰ? ਕੰਮ ਸਾਰੇ ਤੁਸੀਂ ਉਹੀ ਕਰੀ ਜਾਂਦੇ ਹੋ, ਵੱਖਰੇ ਕਾਹਦੋਂ ਵੱਖਰੇ ਰਹਿ ਗਏ ਤੁਸੀਂ? ਇਹ ਨਿਰਮਲ ਪੰਥ ਦਾ ਵਾਸੀ ਕੋਈ ਵੀ ਬਣ ਸਕਦਾ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਕੋਈ ਵੀ ਇਸ ਨਿਰਮਲ ਪੰਥ ਦਾ ਵਾਸੀ ਬਣ ਸਕਦਾ ਹੈ। ਪਰ ਨਿਰਮਲ ਪੰਥ ਦੀ ਜੋ ਕੰਡੀਸ਼ਨਸ ਨੇ ਉੱਥੇ ਤੁਰਨਾ ਪਏਗਾ। ਸੋ ਅਗਲੀ ਵਾਰੀ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਕੋਈ ਅਗਰ ਇਹ ਵਾਰ ਪੜੇ ਤੇ ਉੱਥੇ ਉਹ ਜਿਹੜਾ ਵੀ ਰਾਗੀ ਸਿੰਘ ਪੜੇ ਉਹਦੇ ਕੰਨ ਵਿੱਚ ਜਾ ਕੇ ਕਹਿ ਦਿਆ ਜੇ, ਰਾਗੀ ਸਿੰਘ ਜੀ ਇਹਦੇ ਅਰਥ ਵੀ ਕਰਕੇ ਦੱਸ ਦਿਓ। ਇੱਥੇ ਕਿਹਾ ਜਾ ਰਿਹਾ ਕਿਉਂ ਦੀਵੇ ਬਾਲਦਾ ਪਿਆ? ਰਾਤੀ ਦੀਵੇ ਬਾਲਦਾ ਸਵੇਰੇ ਬੁੱਝ ਜਾਣੇ ਆ, ਤੇ ਅਸੀਂ ਉਹੀ ਸੋਚ ਕੇ ਦੀਵੇ ਬਾਲੀ ਜਾ ਰਹੇ ਹਾਂ। ਸੋ ਖੈਰ ਸਮਝੀਏ, ਆ ਗੁਰਮਤਿ ਸਮਾਗਮ ਜੋ ਆਪਾਂ ਰੱਖਦੇ ਹਾਂ, ਉਲੀਕਦੇ ਹਾਂ, ਇਹ ਮਨਾਣੇ ਤਾਂ ਹੀ ਸਫਲੇ ਹੋਣਗੇ ਜੇ ਅਸੀਂ ਆਪਣੇ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੇਂਜ ਆਏ। ਅਗਰ ਉਹੀ ਹੈ ਜਿਵੇਂ ਅਸੀਂ ਗਏ, ਜੇ ਅਗਰ ਉਹੀ ਗੱਲ ਕਰਨੀ ਹੈ ਕਿ ਪੱਥਰ ਨੂੰ ਪਾਣੀ ਪਾ ਦਿਓ, ਪੱਥਰ ਨੇ ਫਿਰ ਸੁੱਕਾ ਦਾ ਸੁੱਕਾ ਰਹਿ ਜਾਣਾ। ਜੇ ਅਸੀਂ ਫਿਰ ਕਰੇ ਜਾ ਕੇ ਉਹੀ ਜੀ, ਉਹ ਤਾਂ ਜੀ ਛੋਟਾ ਜਿਹਾ ਜਵਾਕ ਕੱਲ ਦਾ ਜੰਮਿਆ ਐਵੇਂ ਗੱਲਾਂ ਕਰ ਗਿਆ, ਅਸੀਂ ਤਾਂ ਬਾਲਾਂਗੇ ਜੀ, ਤੇ ਫਿਰ ਕੀ ਫਾਇਦਾ? ਇਹ ਨਾ ਦੇਖੋ ਛੋਟਾ ਹੈ ਵੱਡਾ, ਗੁਰਬਾਣੀ ਮੁਤਾਬਿਕ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ। ਜਿੱਥੋਂ ਚੰਗੀ ਗੱਲ ਸਿੱਖਣ ਨੂੰ ਮਿਲ ਜੇ, ਤੇ ਇਹ ਤਾਂ ਮੇਰੇ ਵੱਲੋਂ ਕਹੀ ਹੋਈ ਗੱਲ ਵੀ ਨਹੀਂ ਹੈਗੀ, ਇਹ ਤਾਂ ਭਾਈ ਗੁਰਦਾਸ ਜੀ ਬਾਬੇ ਨਾਨਕ ਦੀ ਬਾਣੀ ਵਿੱਚੋਂ ਸਾਰੀਆਂ ਬਾਤਾਂ ਮੈਂ ਕਰ ਰਿਹਾ। ਸੋ ਸਮਝ ਜਾਓ। ਸੋ ਰਾਹਾਉ ਵਾਲੀ ਪੰਕਤੀ ਵਿੱਚ ਇਹੀ ਦੱਸਿਆ ਜਾ ਰਿਹਾ ਹੈ, ਉਹ ਗੁਰੂ ਦਿਆ ਸਿੱਖਾ, ਆ ਜੋ ਤੂੰ ਮਾਇਆ ਦੇ ਰਸਾ ਕਸਾ ਦੇ ਵਿੱਚ ਗਲਤਾਨ ਹੋਇਆ ਪਿਆ ਹੈ, ਇਹ ਇੱਕ ਧੋਖਾ ਹੈ। ਇਹਦੇ ਵਿੱਚ ਗਲਤਾਨ ਨਾ ਹੋ। ਆਪਣੀ ਮਤ ਸੁਰਤ ਦੇ ਵਿੱਚ ਦਇਆ, ਧਰਮ, ਧੀਰਜ, ਸਤ, ਸੰਤੋਖ ਰੂਪੀ ਗੁਣ ਧਾਰਨ ਕਰ ਲੈ। ਜੇ ਨਹੀਂ ਕਰੇਗਾ, ਨਾ ਇੱਧਰ ਦਾ ਰਹੇਗਾ ਤੇ ਨਾ ਉੱਧਰ ਦਾ ਰਹੇਗਾ। ਆਓ ਸੰਗਤ ਜੀ ਅਗਲੀਆਂ ਪੰਕਤੀਆਂ ਕੀਰਤਨ ਰੂਪ ਦੇ ਵਿੱਚ ਗਾਇਨ ਕਰੀਏ ਤੇ
ਫਿਰ ਨਾਲ ਨਾਲ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ ਜੀ। ਲੇਖਿਆ ਨਾਲ ਨਾਲ ਸੰਗਤ ਜੀ LCD ਦੇ ਸਾਰਾ ਸ਼ਬਦ ਹੈਗਾ, ਪੰਜਾਬੀ ਤਾਂ ਸਾਰਿਆਂ ਨੂੰ ਪੜ੍ਹਨੀ ਆਂਦੀ ਹੋਏਗੀ ਨਾ, ਤੇ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ। ਰਲ ਮਿਲ ਕੇ ਅਸੀਂ ਗੁਰਬਾਣੀ ਦਾ ਲਾਹਾ ਲਈਏ। ਲਿਖੇ ਬੋਲਣ ਬੋਲਣਾ, ਲਿਖੇ ਖਾਣਾ ਖਾਓ। ਲਿਖੇ ਬੋਲਣ ਬੋਲਣਾ, ਲਿਖੇ ਖਾਣਾ ਖਾਓ। ਲਾਹਾ ਲੋ ਸੰਗਤ ਜੀ, ਲਾਹਾ ਲੋ। ਲਿਖੇ ਬਾਟ ਚਲਾਈਆਂ, ਲਿਖੇ ਸੁਣ ਵੇਖਾਓ। ਲਿਖੇ ਸਾਲ ਲਵਾਈਏ, ਪੜ੍ਹ ਕੇ ਪੁੱਛਣ ਜਾਓ। 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 ਬਾਬਾ ਮਾਇਆ ਰਚਨਾ ਤੋਂ, ਬਾਬਾ ਮਾਇਆ ਰਚਨਾ ਤੋਂ, ਅੰਧ ਨਾਮ ਵਿਸਾਰਿਆ, ਨਾ ਤਿਸੇ ਨਾਉ। ਬਾਬਾ ਮਾਇਆ ਰਚਨਾ ਤੋਂ, ਬਾਬਾ ਮਾਇਆ ਰਚਨਾ ਤੋਂ, ਅੰਧ ਨਾਮ ਵਿਸਾਰਿਆ, ਨਾ ਤਿਸੇ ਨਾਉ। ਅੰਧ ਨਾਮ ਵਿਸਾਰਿਆ, ਨਾ ਤਿਸੇ ਨਾਉ। ਅੰਧ ਨਾਮ ਵਿਸਾਰਿਆ, ਨਾ ਤਿਸੇ ਨਾਉ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਣਾ। ਇੱਥੇ ਸੰਗਤ ਜੀ ਅੱਖਰ ਆਇਆ ਲੇਖੈ। ਕਹਿੰਦੇ ਜੀ ਬਾਬਾ ਨਾਨਕ ਜੀ ਕਹਿੰਦੇ, ਜਿਉਂ ਜੇ ਲੇਖ ਤੂੰ ਲਿਖ ਲਵੇਂਗਾ, ਜਿਉਂ ਜੀ ਤੇਰੀ ਮੱਤ ਸੁਰਤ ਦੇ ਵਿੱਚ ਲੇਖ ਲਿਖੇ ਗਏ, ਭਾਵ ਜਿਉਂ ਜੀ ਤੇਰੀ ਆਦਤ ਬਣ ਗਈ। ਸਰਲ ਮੈਂ ਇਹਦੇ ਅਰਥ ਕਰਾਂ, ਜਿਉਂ ਜੀ ਤੇਰੀ ਆਦਤ ਬਣ ਗਈ। ਲੇਖੈ ਬੋਲਣ ਬੋਲਣਾ, ਅਗਰ ਜਿਵੇਂ ਜੀ ਤੇਰੀ ਆਦਤ ਬਣ ਗਈ, ਤੂੰ ਉਹ ਜੇ ਬੋਲ ਬੋਲੇਂਗਾ। ਇਹ ਥੋੜੀ ਥੋੜੀ ਇਹ ਜਿਹੜੀ ਡਿਸਟਰਬੈਂਸ ਹੁੰਦੀ ਹੈ ਨਾ ਸੰਗਤ ਜੀ, ਇਹ ਇੱਕ ਤਾਰ ਜੀ ਤੋੜ ਦਿੰਦੀ ਹੈ, ਥੋੜਾ ਜਿਹਾ ਧਿਆਨ ਰੱਖਿਆ ਜੀ। ਲੇਖਿਆ ਬੋਲਣ ਬੋਲਣਾ, ਜਿਵੇਂ ਜੀ ਗੁਰੂ ਦਿਆ ਸਿੱਖਾ ਤੇਰੀ ਆਦਤ ਬਣ ਗਈ, ਉਹ ਜੇ ਤੂੰ ਬੋਲ ਬੋਲੇਂਗਾ। ਅਗਰ ਤੇਰੀ ਆਦਤ ਬਣ ਗਈ, ਤੇਰੀ ਆਦਤ ਦੇ ਵਿੱਚ ਕ੍ਰੋਧ ਆ ਗਿਆ, ਤੂੰ ਸਾਰਿਆਂ ਨਾਲ ਮਾੜੇ ਬੋਲ ਹੀ ਬੋਲੇਂਗਾ, ਕੋੜੇ ਬੋਲ ਹੀ ਬੋਲੇਂਗਾ। ਤੈਨੂੰ ਅੰਦਰੋਂ ਸੰਤੁਸ਼ਟੀ ਹੋਏਗੀ ਕਿਸੇ ਦਾ ਦਿਲ ਦੁਖਾ ਕੇ। ਤੇ ਇਸ ਦੇ ਵਿਪਰੀਤ ਜੇ ਅਗਰ ਤੇਰੀ ਮੱਤ ਸੁਰਤ ਦੇ ਵਿੱਚ ਦਇਆ ਹੈ, ਦਇਆ ਰੂਪੀ ਗੁਣ ਹੈ, ਤੇਰੀ ਆਦਤ ਦੇ ਵਿੱਚ ਦਇਆ ਆ ਗਈ, ਫਿਰ ਤੂੰ ਕਿਉਂ ਜੇ ਬੋਲ ਬੋਲੇਂਗਾ? ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ। ਤੂੰ ਮੂੰਹ ਤੋਂ ਉਹ ਜੇ ਬੋਲ ਬੋਲੇਂਗਾ ਜਿਸ ਨਾਲ ਆਪਸੀ ਪ੍ਰੇਮ ਪਿਆਰ ਵਧੇ। ਜਿਉਂ ਜੀ ਆਦਤ ਪੈ ਗਈ, ਉਹ ਜੇ ਬੋਲ ਗੁਰੂ ਦੀਆਂ ਸਿੱਖਾਂ ਤੂੰ ਬੋਲੇਂਗਾ। ਅੱਗੇ ਕਹਿੰਦੇ ਨੇ ਜੀ, ਲੇਖਿਆ ਖਾਣਾ ਖਾਓ। ਜਿਵੇਂ ਜੀ ਤੇਰੀ ਆਦਤ ਪੈ ਗਈ, ਉਹ ਜੀ ਤੈਨੂੰ ਭੁੱਖ ਲੱਗਣੀ ਹੈ, ਤੇਰੀ ਸੁਰਤ ਨੂੰ ਉਹ ਜੀ ਭੁੱਖ ਲੱਗਣੀ ਹੈ। ਕਾਮ ਵਾਸ਼ਨਾ ਦੇ ਵਿੱਚ ਤੂੰ ਅਧੀਨ ਹੋਇਆ ਪਿਆ ਹੈ,
तेरी मत सुरत नूं काम वासना दी भुख लगनी है। क्रोध दी विच क्रोध दी तेरी आदत बनी हुई है, तेरी मत सुरत नूं इहदी भुख लगेगी, ते जेड़ी चीज दी भुख लगेगी ओही चीज असी अपनी मत सुरत नूं देवांगे। काम वासना दे विच लिप्त होया बंदा ओही पासे जाएगा जेड़े पासे जाके ओदी काम दी तृप्ति ओनू होएगी। ओ जा खाना वो अपने ओ जे विचारां विच जाके बैठेगा, ओ जी जुंडली विच जाके बैठेगा, जेड़ी जुंडली दे विच जाके ओदी काम वासना तृप्त होंदी होवे। लेख्या वाट चलाइया, वाट दा मतलब होंदा है रास्ता। ज्यों जी तेरी आदत पैगी, दो जी सी, एक जी 7 वजे आदत पैगी चंगे गुना दी, गुरुद्वारे आके रहरास कर रहा है। वाट दा मतलब रास्ता, लिखा है वाट चलाई है। ते एक दूसरा बंदा ओ की जी 7 वजे ठेके ते जाके शराब पीने की आदत पई है। गल वही है, जियो जी आदत पैगी, चंगी आदत पैगी तो मैं गुरुद्वारे आके चंगे विचार सुन रहा हाँ। पैड़ी आदत पैगी ते मैं पैड़ी संगत विच बैठ रहा। सरल अर्थ लिखा है, सुन वेखाओ। हुण जेड़ी चीज नाल मैनू तृप्ति होंदी है ओहो जियां बातां मैं सुनदा। जो जी आदत बन गई, माड़ी चीज़ां तक्कन दी आदत पै गई, पराया रूप तक्कन दी आदत पै गई, ते मैं इन्हां अखां नाल पराया रूप भी तकांगा। अगर गुरबाणी दा ज्ञान मेरे कोल है तां मैं ए नेत्रो मेरे हर तुम मैं जोत तरी हर बिन अवर ना देखो कोई। मैं इन्हां अखां नाल पराया रूप अगर तकदा भी हाँ ते दृष्टि मेरी साफ हो गई। जियो जी आदत बन गई ओहो जिहा बातां मैं सुनांगा। निंदा चुगली करन दी आदत जे पै गई, असीं वेखदे हां बीबियां बैठियां होंदियां मंजियां ढा के ते चलो जी सवेर ते बैठदियां शामी तक चुगलियां ही करदियां, आदत पै गई। ते अगर आदत इस तो विपरीत वधिया पै गई, ए सरवणो मेरेओ सच है सुनने नो बैठा है, मैं निंदा चुगली सुननी नहीं, मैं तां चंगे विचार सुनने। जियो जी आदत पै गई। लेखा है साह लवाई है, पढ़े के पुछन जाओ। बाबा नानक जी कहते किसी तो पुछन की लोड़ नहीं। जियो जी बंदे दी आदत पै गई ओदा ही ओदी जिंदगी बतीत होंदी चली जाती है। हुण जिवें जे लेख बंदा आपे लिख लैंदा है। हुण कईयां दे दिमाग विच आंदा होएगा कि बंदा अपने लेख आप लिखदा है। बिल्कुल जी, बंदा अपने लेख आप लिखदा है। जप बाणी विच असीं पढ़दे हां, आप माफ करिया जी, आपे बीज आपे ही खा, नानक हुक्मी आवो जा। हुक्म विच की है जी? हुक्म विच तेरा जन्म, हुक्म विच तेरा मरण, बाकी जेड़ा विच विचाले वाला जीवन है गुरु दिया सिखा तेरे हाथ विच। गुना दा तारनी होके जीवन बतीत कर ले। अब गुना दा तारनी होके जीवन बतीत कर ले तेरे हाथ विच। अगर चंगे बीज बोएगा चंगे फल लगणगे, माड़े बीज बोएगा कंडियां वांगू दरख्त लगणगे ते ओ कंडे तेनू चुभन भी देणगे। फिर ना कहीं मेरे नाल की बीती, फिर ना कहीं रब ने मेरे नाल की कीता। चलो इन्हू एक दूसरे तरीके नाल समझाना। नहीं, गुरु दिया सिखा रब ने किया तेनू शराब पी, रब ने किया, रब ने किया तू अपना कार्य छड़ के थां थां ते जाके मुंह मार। रब ने आख्या तेनू, रब ने आख्या तू अपना किरदार गेड़ दे। मैं इत्थे इहो जिही जदों बातां चलदियां ना, इत्थे कहण विच भी मैं संकोच नहीं करदा। ओ गुरु दिया सिखा तेनू शर्म नहीं आंदी? अपनियां गलतियां नू छुपाण वास्ते तू गुरु दा सहारा लैना बई रब ने मेरे नाल इह कीता, रब ने मेरे लेख इहो जे लिखे सी तां मैं शराब पी रिहा, रब ने मेरे लेख इहो जे लिखे सी। नहीं नहीं, गुरु दिया सिखा तेरे गुरु साहब ने तां तैनू आ दिमाग दे दिता सी, गुरु साहब ने इन्नी उच्ची सुच्ची बाणी दे दिती सी, सिक्ख्या दिती सी। ते दूजी गल सबनू पता ही है असल विच सही गल हुंदी की है ते गलत गल हुंदी की है, किहड़े पासे जाना चाहिए किहड़े पासे नहीं जाना चाहिए। ये गल नूं असीं गुरु ग्रंथ साहब विचों भी पक्की कर ली है। मन जानत सब बात, मन जानत सब बात, मन नूं सारियां बातां दा पता है, जानत ही ओ गण करे, जानन तो बात भी ओ गण करदा है। तेनू पता नहीं अपना कर छड़ के बेगाने करे मुंह मारदा पिया है, तेनू पता नहीं कि ये गलत है, सब पता है फिर भी जाके मार दिया।
ਫਿਰ ਕੱਲ ਨੂੰ ਜਦੋਂ ਘਰ ਦੇ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਘਰ ਟੁੱਟ ਜਾਂਦੇ ਨੇ, ਫਿਰ ਚੀਕਾ ਮਾਰਦਾ ਮੇਰੇ ਨਾਲ ਰੱਬ ਨੇ ਕੀ ਕੀਤਾ। ਉਹ ਰੱਬ ਨੇ ਕੀ ਕੀਤਾ, ਤੂੰ ਨਾ ਜਾਂਦਾ ਨਾ। ਗੁਰੂ ਸਾਹਿਬ ਤਾਂ ਕਹਿੰਦੇ ਸੀ ਆਪਣਾ ਘਰ ਛੱਡ ਕੇ ਨਹੀਂ ਜਾਣਾ। ਸੋ ਕਹਿਣ ਤੋਂ ਭਾਵ ਬੰਦਾ ਆਪਣੇ ਲੇਖ ਖੁਦ ਲਿਖਦਾ ਪਿਆ ਹੈ। आपे बीज आपे ही का नानक हुक्मी आवो जा। हुक्म विच आना ते जाना है, बाकी बंदा अपने लेख खुद लिखदा है। ते अपनी गलतियां नू छुपाने वास्ते बंदा फिर रब दा सहारा लेंदा। सो ये सब बातां तो बचिए। अज अगर असीं कोई गलती कर बैठे एक्सेप्ट करिए, गुरु साहब बख्शन जोग ने। मान करो तुद उपरे मेरे प्रीतम प्यारे, हम अपराधी सद भूलते तुम बख्शन आरे। गुरु दा सिक्का आता सरी चरण शन गुरु एक पेंडा जाए चल, सतगुरु कोट पेंडा आगे होए लेते हो। गुरु दा सिक्का एक कदम ता पुट गुरु वल, ओ कलगीधर पिता 1000 कदम तेरे वल तुरन नू तैयार है। पुट के ता देख ओ तेनू गलवकड़ी विच एक बारी फिर तो तेरिया सारियां भुल्लां गलतियां नू बख्शन वास्ते तैयार है। गुरु दा सिक्का एक बारी आके ता पर हंकार दे मारे असी अपनी गलतियां नू जस्टिफाई करते रहने हैं। बच जाइए ये सब चीज़ां तो संकोच करिए। सो बंदा अपने लेख खुद लिखदा। आओ संगत जी अगलियां पंक्तियां संगति रूप विच गायन करिए ते फिर नाल दे नाल पंक्तियां दी विचार भी करांगे जी। जीवन मरना जाए के इत्थे खाचे काल। संगत जी नाल नाल पढ़ो जी, नाल नाल पढ़ो। जीवन मरना जाए के इत्थे खाचे काल। जिथे पे समझाइए थे कोई ना चले ओ नाल। लाहा लवो जी, लाहा लवो। रोवन वाले चेतड़े सब बने पंड पराल। रोवन वाले चेतड़े सब बने पंड पराल। चेतड़े सपने पंड पराल। रोवन वाले चेतड़े सपने पंड पराल। रोवन वाले चेतड़े सपने पंड पराल। बाबा माया रचना तो, बाबा माया रचना तो अंते नाम विसारिया नात से नाओ। बाबा माया रचना तो, बाबा माया रचना
से नाओ। ਸੰਗਤ ਜੀ ਲਾਹਾ ਲਿਆ ਕਰੋ। ਗੁਰਦੁਆਰੇ ਵਿੱਚ ਆਪਾਂ ਬੈਠਦੇ ਹਾਂ, ਜਦੋਂ ਅਸੀਂ ਬਾਹਰ ਬਹਿ ਕੇ ਨਿੰਦਾ ਚੁਗਲੀ ਕਰਨੀ ਤੇ ਕਿੰਨਾ ਅਸੀਂ ਉਹਨੇ ਇਦਾਂ ਕਰਤਾ ਜੀ, ਉਹਨੇ ਇਦਾਂ ਕਰਤਾ ਜੀ, ਉਹਦੇ ਘਰੇ ਇਹ ਹੋ ਗਿਆ, ਉਹਦੇ ਘਰੇ ਇਹ ਹੋ ਗਿਆ, ਤੇ ਬੜੇ ਅਸੀਂ ਸੁਚੇਤ ਹੋ ਕੇ ਬਾਤਾਂ ਕਰਦੇ ਆ। ਤੇ ਜਦੋਂ ਗੁਰਬਾਣੀ ਦੀ ਗੱਲ ਹੁੰਦੀ ਹੈ, ਕੋਈ ਇੱਥੇ ਉਬਾਸੀਆਂ ਮਾਰਦਾ ਪਿਆ, ਕੋਈ ਉਹ ਉਬਾਸੀਆਂ ਮਾਰਦਾ ਪਿਆ, ਕਦੀ ਇੱਥੇ ਹੋ ਗਏ, ਕਦੀ ਇੱਥੇ ਹੋ ਗਏ। ਬਾਬੇ ਨਾਨਕ ਦੀ ਬਾਣੀ ਹੈ, ਬਾਬਾ ਬੰਦਾ ਸਿੰਘ ਬਹਾਦਰ, ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇੰਨੀ ਇਨਕਲਾਬੀ ਬਾਣੀ। ਸੁਚੇਤ ਹੋ ਕੇ ਬੈਠਿਆ ਕਰੋ। ਇਹ ਸਭ ਬਾਤਾਂ ਸਾਡੇ ਜੀਵਨ ਨੂੰ ਤਬਦੀਲ ਕਰ ਸਕਦੀਆਂ ਨੇ। ਆ ਜਿਹੜੇ ਘਰ ਪਰਿਵਾਰ ਦੇ ਵਿੱਚ ਅਸੀਂ ਦਾਗੇ ਤਵੀਤ ਬਨ ਕੇ ਜਗ੍ਹਾ ਜਗ੍ਹਾ ਤੇ ਜਾ ਕੇ ਦੀਵੇ ਬਾਲੀ ਜਾਂਦੇ ਆ, ਪਤਾ ਨਹੀਂ ਕੀ ਕਰੀ ਜਾਂਦੇ ਆ, ਉਹ ਇਹਨਾਂ ਨਾਲ ਦੁੱਖ ਤਕਲੀਫਾਂ ਨਹੀਂ ਦੂਰ ਹੋਣੀਆਂ। ਦੁੱਖ ਤਕਲੀਫਾਂ ਦੂਰ ਕਰਨੀਆਂ ਨੇ ਤਾਂ ਗੁਰਬਾਣੀ ਦੀ ਸਿੱਖਿਆ ਨੂੰ ਆਪਣੇ ਅਮਲੀ ਜੀਵਨ ਵਿੱਚ ਧਾਰਨ ਕਰਨਾ ਪਵੇਗਾ। ਕੋਈ ਸ਼ਾਰਟਕਟ ਨਹੀਂ ਜੇ। ਜਿੱਥੇ ਮਰਜੀ ਜਾ ਕੇ ਕਾਲੇ ਪੀਲੇ ਦਾਗੇ ਤੁਗੇ ਬੰਨ ਲਓ, ਜਿਹੜੇ ਮਰਜੇ ਟੋਨੇ ਟਪੀਟੇ, ਪਤਾ ਨਹੀਂ ਕੀ ਹੁੰਦਾ ਹੈ, ਕਾਲਾ ਪੀਲਾ ਜਾਦੂ ਕਰ ਲਓ, ਕੁਝ ਨਹੀਂ ਮਿਲਣਾ, ਨਹੀਂ ਤੁਹਾਨੂੰ ਸੁੱਖ ਮਿਲ ਸਕਦਾ। ਸੁੱਖ ਅਗਰ ਚਾਹੁੰਦੇ ਹੋ, ਬਾਬੇ ਨਾਨਕ ਦੀ ਬਾਣੀ ਨੂੰ ਆਪਣੇ ਅਮਲੀ ਜੀਵਨ ਵਿੱਚ ਤੁਹਾਨੂੰ ਧਾਰਨ ਕਰਨਾ ਹੀ ਪਵੇਗਾ। ਤੇ ਜਦੋਂ ਇਹ ਸਭ ਬਾਤਾਂ ਹੋ ਰਹੀਆਂ ਹੋਣ, ਜੇ ਮੈਂ ਹੁਣੇ ਆਪਾਂ ਇੱਕ ਕਵਿਤਾ ਵੀ ਸੁਣਾਵਾਂਗੇ, ਤੇ ਜਦੋਂ ਇਤਿਹਾਸਿਕ ਗੱਲਾਂ ਹੋ ਰਹੀਆਂ ਹੁੰਦੀਆਂ ਨੇ, ਸਾਡਾ ਧਿਆਨ ਇੰਨਾ ਬਈ ਪਤਾ ਨਹੀਂ ਜੀ ਇਹ ਗੱਲ ਹੋ ਗਈ ਹੋਗਾ, ਇਹ ਸਭ ਬਾਤਾਂ ਗੁਰਬਾਣੀ ਦੇ ਵਿੱਚ ਹੋਣੀਆਂ ਚਾਹੀਦੀਆਂ। ਜਦੋਂ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੋਵੇ, ਬਾ ਕਮਾਲ ਬਾਤਾਂ ਨੇ, ਸਾਡੀ ਜ਼ਿੰਦਗੀ ਤਬਦੀਲ ਕਰ ਸਕਦੇ ਨੇ ਇਹ ਸ਼ਬਦ। ਸੁਚੇਤ ਹੋ ਕੇ ਬੈਠੇ ਹੋਏ ਸੰਗਤ ਜੀ। ਬਸ 10-15 ਮਿੰਟ ਆਪਾਂ ਨੇ ਹੋਰ ਲੈਣੇ ਨੇ, ਪਤਾ ਨਹੀਂ ਅਗਲੀ ਵਾਰੀ ਅਸੀਂ ਕਦੋਂ ਆਨੇ ਆ, ਕਦੋਂ ਵਿਚਾਰ ਵਟਾਂਦਰਾ ਹੋਏਗੀ, ਕੋਈ ਪਤਾ ਨਹੀਂ। ਤੇ 10-15 ਮਿੰਟ ਹੋਰ ਨੇ, ਸੁਚੇਤ ਹੋ ਕੇ ਕੁਝ ਲੈ ਕੇ ਜਾਈਏ। ਐਵੇਂ ਨਹੀਂ ਕਿ 2 ਘੰਟੇ, ਇਹ ਤੋਂ ਵਧੀਆ ਫਿਰ ਅਗਰ ਇੱਥੇ ਕੁਝ ਲੈਣਾ ਹੀ ਨਹੀਂ ਸੀ, 2 ਘੰਟੇ ਘਰੇ ਸੁੱਤੇ ਹੀ ਸੀ, ਟੀਵੀ ਵੇਖਦੇ ਪਏ ਸੀ, ਉਹ ਵੀ ਠੀਕ ਸੀ। ਅਗਰ ਇੱਥੇ ਸੁਣਨਾ ਹੀ ਨਹੀਂ ਤਾਂ ਤੇ ਸੁਚੇਤ ਹੋ ਕੇ ਥੋੜਾ ਗੱਲ ਅੰਦਰ ਤੱਕ ਜਾਵੇ, ਕੁਝ ਗੱਲ ਪਕੜ ਵਿੱਚ ਆਵੇ ਕਿ ਬਈ ਮੈਂ ਇਹ ਕਰਦਾ ਪਿਆ ਸੀ, ਅੱਜ ਮੈਂ ਇਹ ਨਹੀਂ ਕਰਨਾ। ਜੀਵਨ ਮਰਨਾ ਜਾਇ ਕੈ ਇੱਥੇ ਖਾਜੈ ਕਾਲ। ਗੁਰੂ ਸਾਹਿਬ ਕਹਿ ਰਹੇ ਨੇ ਕਿ ਗੁਰੂ ਦਿਆ ਸਿੱਖਾ, ਤੂੰ ਆਪਣੇ ਅੰਦਰ ਕਦੀ ਝਾਤੀ ਮਾਰ ਕੇ ਦੇਖੀ ਹੈ? ਕਦੀ ਤੂੰ ਕਾਮ ਵਾਸ਼ਨਾ ਦੇ ਵਿੱਚ ਲਿਪਤ ਹੋ ਜਾਣਾ? ਜਦੋਂ ਤੂੰ, ਆਪਾਂ ਪਿਛਲੀ ਵਾਰੀ ਵਿਚਾਰ ਕੀਤੀ ਸੀ, ਜਦੋਂ ਅਸੀਂ ਕਾਮ ਵਾਸ਼ਨਾ ਵਿੱਚ ਲਿਪਤ ਹੋ ਗਏ ਤਾਂ ਹਾਥੀ ਦੀ ਜੂਨ ਭੋਗ ਰਹੇ। ਗੁਰੂ ਦਿਆ ਸਿੱਖਾ, ਕਦੀ ਤੂੰ ਲਾਲਚੀ ਬਣ ਜਾਣਾ? ਜਦੋਂ ਤੂੰ ਲਾਲਚੀ ਬਣ ਗਿਆ, ਚਮੜੀ ਕਰਕੇ ਤੂੰ, ਦੇ ਕਰਕੇ ਤੂੰ ਮਨੁੱਖਾ ਜੋਨ ਵਿੱਚ ਹੋਵੇਂਗਾ, ਲੇਕਿਨ ਸੁਰਤ ਕਰਕੇ ਤੂੰ ਬੰਦਰ ਦੀ ਜੋਨ ਭੋਗ ਰਿਹਾ ਹੋਣਾ। ਜੀਵਨ ਮਰਨਾ ਜਾਇ ਕੈ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਉਤਰੈ। ਜੇ ਜਦੋਂ ਤੂੰ ਪੈਸੇ ਤੇਰੀ ਮੱਤ ਸੁਰਤ ਦੇ ਵਿੱਚ ਪੈਸੇ ਹੀ ਆਣ ਲੱਗ ਜਾਣ, ਤੈਨੂੰ ਪੈਸੇ ਇਕੱਠੇ ਕਰਨ ਦੀ ਆਦਤ ਪੈ ਜਾਏ, ਤੇ ਤੂੰ ਮਤ ਜਾਣੀ ਤੂੰ ਮਨੁੱਖਾ ਜੋਨ ਭੋਗ ਰਿਹਾ ਹੈ, ਤੂੰ ਸੁਰਤ ਕਰਕੇ ਸੱਪ ਦੀ ਜੋਨ ਭੋਗ ਰਿਹਾ ਹੈ। ਅੰਤ ਕਾਲ ਦਾ ਮਤਲਬ ਹੈ ਆਦਤ ਪੈ ਜਾਣੀ। ਇਹ ਮਰਨ ਤੋਂ ਬਾਅਦ ਦੀਆਂ ਗੱਲਾਂ ਨਹੀਂ ਨੇ। ਅੰਤ ਕਾਲ ਤੋਂ ਭਾਵ ਤੈਨੂੰ ਆਦਤ ਪੈ ਗਈ। ਜਦੋਂ ਤੇਰੀ ਮੱਤ ਸੁਰਤ ਨੂੰ ਆਦਤ ਪੈ ਗਈ ਲక్ష్ਮੀ ਇਕੱਠੇ ਕਰਨ ਦੀ, ਪੈਸੇ ਇਕੱਠੇ ਕਰਨ ਦੀ, ਤੂੰ ਚਮੜੀ ਕਰਕੇ ਮਨੁੱਖਾ ਜੋਨ ਵਿੱਚ ਹੋਵੇਂਗਾ, ਸੁਰਤ ਕਰਕੇ ਤੂੰ ਸੱਪ ਦੀ ਜੋਨ ਭੋਗ ਰਿਹਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਹੋਤਾ। ਤੇ ਗੁਰੂ ਦੇ ਸਿੱਖਾ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੇਰੇ ਅੰਦਰ ਜੀਵਨ ਮਰਨਾ ਚੱਲਦਾ ਪਿਆ ਹੈ। ਕਦੀ ਤੂੰ ਹਾਥੀ ਦੀ ਜੋਨ ਭੋਗ ਰਿਹਾ ਹੈ, ਕਦੀ ਲਾਲਚ ਵਿੱਚ ਆ ਕੇ ਬੰਦਰ ਦੀ ਜੋਨ ਭੋਗ ਰਿਹਾ ਹੈ, ਕਦੀ ਪੈਸੇ ਦੇ ਮੋਹ ਵਿੱਚ ਆ ਕੇ ਸੱਪ ਦੀ ਜੋਨ ਭੋਗ ਰਿਹਾ ਹੈ। 84 ਲੱਖ ਜੂਨਾ ਤੂੰ ਸੁਰਤ ਦੀ ਪਦਰ ਤੇ ਜੀ ਜਾ ਰਿਹਾ ਹੈ। ਉਹ ਗੁਰੂ ਦਿਆ ਸਿੱਖਾ, ਸੁਚੇਤ ਹੋ ਜਾ। ਇਹ ਜਨਮ ਮਰਨ ਦੇ ਗੇੜ ਵਿੱਚ ਇੱਕ ਦਿਨ ਤੇਰੀ ਇਹ ਸਭ ਚੀਜ਼ਾਂ ਦੀ ਆਦਤ ਬਣ ਜਾਣੀ ਹੈ। ਅੱਜ ਤਾਂ ਤੂੰ ਗਲਤ ਸੰਗਤ ਦੇ ਵਿੱਚ ਬੈਠਿਆ ਹੀ ਹੈ, ਤੇ ਉਹਨਾਂ ਨੇ ਗਲਤ ਬਾਤਾਂ ਤੈਨੂੰ ਸਿਖਾਣੀਆਂ ਸ਼ੁਰੂ ਕਰਤੀਆਂ ਨੇ। ਅਗਲੇ ਦਿਨ ਫੇਰ ਤੂੰ ਉਹ ਗਲਤ ਸੰਗਤ ਦੇ ਵਿੱਚ ਬੈਠ ਗਿਆ, ਗਲਾਸੀਆਂ ਰੱਖਤੀਆਂ। ਅਗਲੇ ਦਿਨ ਫੇਰ ਤੂੰ ਬੈਠ ਗਿਆ, ਇੱਕ ਕੁੱਟ ਸ਼ਰਾਬ ਦੀ ਪਾਤੀ। ਅਗਲੇ ਦਿਨ ਫੇਰ ਉਸ ਸੰਗਤ ਦੇ ਵਿੱਚ ਬੈਠ ਗਿਆ, ਕਹਿੰਦੇ ਚੱਲ ਯਾਰ ਇੱਕ ਕੁੱਟ ਪੀ ਕੇ ਤਾਂ ਦੇਖ। ਤੇ ਅੱਜ ਉਹੀ ਜਿਹੜਾ 7 ਵਜੇ ਗੁਰਦੁਆਰੇ ਆਂਦਾ ਸੀ, ਅੱਜ ਉਹੀ 7 ਵਜੇ
ਗੰਦੀ ਨਾਲੀਆਂ ਦੇ ਵਿੱਚ ਗਿਰਿਆ ਹੋਇਆ ਮਿਲਦਾ ਹੈ ਸ਼ਰਾਬ ਦੇ ਨਸ਼ੇ ਵਿੱਚ। ਆਦਤ ਬਣ ਗਈ। ਜੀਵਨ ਮਰਨਾ ਜਾਇਕ ਹੈ। ਉਹ ਗੁਰੂ ਦਿਆ ਸਿੱਖਾ ਸੁਚੇਤ ਹੋ ਜਾ, ਤੇਰੇ ਅੰਦਰ ਜੀਵਨ ਮਰਨ ਲਗਾਤਾਰ ਚੱਲਦਾ ਪਿਆ ਹੈ। ਇਹ ਗੱਲ ਨਾ ਬਣ ਜੇ ਕਿ ਤੇਰੀ ਮੱਤ ਸੁਰਤ ਦੀ ਮੌਤ ਹੋ ਜਾਏ। ਆਖਾਂ ਜੀਵਾਂ ਵਿਸਰੈ ਮਰ ਜਾਓ। ਜਿੰਨੇ ਚਿਰ ਤੱਕ ਗੁਰੂ ਸਾਹਿਬ ਮੈਂ ਤੈਨੂੰ ਆਖਦਾ ਹਾਂ, ਭਾਵ ਜਿੰਨੇ ਚਿਰ ਤੱਕ ਮੇਰੀ ਮੱਤ ਸੁਰਤ ਦੇ ਵਿੱਚ ਗੁਣ ਨੇ, ਜਿੰਨੀ ਚਿਰ ਤੱਕ ਮੈਂ ਗੁਨਾਹ ਦਾ ਤਾਰਨੀ ਹੋ ਕੇ ਜੀਵਨ ਬਤੀਤ ਕਰਦਾ ਹਾਂ, ਉਹਨੇ ਚਿਰ ਤੱਕ ਮੈਂ ਜਿਉਂਦਾ ਹਾਂ। ਜਦੋਂ ਗੁਣ ਮੇਰੀ ਮੱਤ ਸੁਰਤ ਤੋਂ ਚਲੇ ਗਏ, ਉਸ ਵੇਲੇ ਮੈਂ ਮਰ ਜਾਣਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਉਹ ਗੁਰੂ ਦਿਆ ਸਿੱਖਾ ਆਪਣੇ ਅੰਦਰ ਜਾਤੀ ਮਾਰ, ਸੁਚੇਤ ਹੋ ਜਾ। ਜਨਮ ਮਰਨ ਤੇਰੇ ਅੰਦਰ ਚੱਲਦਾ ਪਿਆ ਹੈ। ਅਗਰ ਆਦਤ ਪੈ ਗਈ, ਫਿਰ ਉਸ ਤੋਂ ਬਾਅਦ ਛੁੱਟਿਆ ਨਹੀਂ ਜਾਣਾ, ਫਿਰ ਕੁਰਲਾਂਦਾ ਰਹੇ। ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ। ਕਾਲ ਮਤਲਬ ਸੁਰਤ ਦੀ ਪੱਧਰ ਤੇ ਤੇਰੀ ਮ੍ਰਿਤਿਉ ਹੋ ਜਾਏਗੀ। ਜਿੱਥੇ ਬਹਿ ਸਮਝਾਈ ਹੈ, ਤਿੱਥੇ ਕੋਈ ਨਾ ਚੱਲਿਓ ਨਾਲ। ਫਿਰ ਉਸ ਤੋਂ ਬਾਅਦ ਜਦੋਂ ਤੇਰੀ ਆਦਤ ਪੈ ਗਈ, ਸ਼ਰਾਬ ਪੀਣ ਲੱਗ ਗਿਆ, ਲੀਵਰ ਖਰਾਬ ਹੋ ਗਿਆ, ਜਿੱਥੇ ਬਹਿ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ ਨਾਲ। ਫਿਰ ਉਹ ਤੇਰੀ ਜਿਹੜੀ ਮਾੜੀ ਸੰਗਤ ਜਿਹਦੇ ਵਿੱਚ ਤੂੰ ਬੈਠਿਆ ਸੀ ਨਾ, ਉਹਨੇ ਤੇਰੇ ਨਾਲ ਨਹੀਂ ਤੁਰਨਾ। ਲੀਵਰ ਤੇਰਾ ਖਰਾਬ ਹੋ ਗਿਆ, ਤੇਰੇ ਪਰਿਵਾਰ ਦੇ ਵਿੱਚ ਕਲੇਸ਼ ਪੈ ਗਿਆ, ਘਰ ਵਿੱਚ ਮੂੰਹ ਮਾਰਨ ਲੱਗ ਗਿਆ ਸੀ ਤੂੰ, ਉਹਨਾਂ ਦਾ ਕੁਝ ਨਹੀਂ ਜਾਣਾ, ਆਪਣਾ ਪਰਿਵਾਰ ਪੱਟ ਗਿਆ। ਫਿਰ ਉਸ ਤੋਂ ਬਾਅਦ ਜਿਹੜੀਆਂ ਦੁੱਖ ਤਕਲੀਫਾਂ ਹੋਣਗੀਆਂ, ਕੁਰਲਾਈ ਨਾ, ਤੇਰੇ ਕੀਤੇ ਹੋਏ ਆਪੇ ਬੀਜ ਆਪੇ ਹੀ ਖਾ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਫਿਰ ਕਿਸੇ ਹੋਰ ਨੂੰ ਦੋਸ਼ ਨਾ ਦੇਈ। ਗੁਰੂ ਸਾਹਿਬ ਸੁਚੇਤ ਕਰ ਰਹੇ ਨੇ, ਆਪਣੇ ਅੰਦਰ ਚਾਤੀ ਮਾਰ ਕੇ ਦੇਖ, ਕਿੱਥੇ ਤੇਰੀ ਵੀ ਸੁਰਤ ਦੇ ਪੱਧਰ ਤੇ ਮੌਤ ਨਾ ਹੋ ਜਾਏ। ਅੱਗੇ ਇੱਕ ਹੋਰ ਬਾ ਕਮਾਲ ਬਾਤ ਬਾਬਾ ਨਾਨਕ ਜੀ ਕਰ ਰਹੇ ਨੇ। ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ। ਗੁਰੂ ਸਾਹਿਬ ਕਹਿੰਦੇ, ਆ ਤੂੰ ਦੇਖਦਾ ਪਿਆ ਨਾ, ਜਿਹੜੇ ਕੁਰਲਾਂਦੇ ਪਏ ਨੇ, ਚੀਕਦੇ ਪਏ ਨੇ ਕਿ ਆ ਮੇਰੇ ਨਾਲ ਕੀ ਬਣੀ। ਬਾਬਾ ਨਾਨਕ ਜੀ ਕਹਿੰਦੇ, ਮੈਂ ਦਾਅਵੇ ਨਾਲ ਕਹਿਣਾ, ਸਭ ਬੰਨੈ ਪੰਡ ਪਰਾਲ। ਇਨ੍ਹਾਂ ਸਾਰਿਆਂ ਨੇ ਵਿਕਾਰ, ਅਵਗੁਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪੰਡ ਆਪਣੀ ਸੁਰਤ ਦੇ ਉੱਪਰ ਚੱਕੀ ਹੋਈ ਸੀ। ਅੱਜ ਜਿੰਨੇ ਵੀ ਤੂੰ ਕੁਰਲਾਂਦੇ, ਚੀਕਦੇ, ਚਿਲਾਂਦੇ ਵੇਖਦਾ ਪਿਆ ਹੈ, ਜਿੰਨੇ ਵੀ ਰੋਂਦੇ ਵੇਖਦਾ ਪਿਆ ਹੈ, ਇਸੇ ਕਰਕੇ ਰੋਂਦੇ ਪਏ ਨੇ, ਕਿਉਂਕਿ ਇਨ੍ਹਾਂ ਸਾਰਿਆਂ ਨੇ ਅਵਗੁਣਾ ਦੀ ਪੰਡ ਆਪਣੇ ਉੱਪਰ ਚੱਕੀ ਹੋਈ ਸੀ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ ਨਾ, ਚਾਤੀ ਮਾਰੋ ਥੋੜਾ ਜਿਹਾ ਇਤਿਹਾਸ ਵਾਲਾ। ਤੱਤੀ ਤਵੀ ਤੇ ਬੈਠ ਕੇ, ਤੱਤੀ ਤਵੀ ਤੇ ਵੀ ਬੈਠੇ ਨੇ, ਗਰਮ ਰੇਤਾ ਪਵਾ ਰਹੇ ਨੇ ਪੰਚਮ ਪਾਤਸ਼ਾਹ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ। ਇੰਨੀਆਂ ਦੁੱਖ ਤਕਲੀਫਾਂ ਵੀ ਸਹਿਣ ਕਰ ਰਹੇ ਨੇ, ਲੇਕਿਨ ਕੀ ਕਹਿ ਰਹੇ ਨੇ, ਤੇਰਾ ਕੀਆ ਰੋਂਦੇ ਨਹੀਂ ਹੋ, ਕੁਰਲਾਂਦੇ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਜਿੰਨੇ ਕੁਰਲਾਂਦੇ, ਚੀਕਦੇ, ਚਿਲਾਂਦੇ ਦੇਖਦੇ ਪਏ ਹੋ, ਸਭ ਨੇ ਵਿਕਾਰਾਂ ਦੀ ਪੰਡ ਆਪਣੇ ਉੱਪਰ ਚੱਕੀ ਹੋਈ ਹੈ। ਜਿਹੜੇ ਗੁਨਾਹ ਨਾਲ ਜੁੜੇ ਹੋਏ ਨੇ, ਚਾਤੀ ਮਾਰੋ ਇਤਿਹਾਸ ਵੱਲ, ਬੰਦ ਕਟਵਾ ਕੇ ਵੀ ਹੋ, ਚਰਖੜੀਆਂ ਤੇ ਚੜ ਕੇ ਵੀ ਹੋ, ਆਰੇ ਨਾਲ ਦੋ ਫਾੜ ਕਰਵਾ ਕੇ ਵੀ ਹੋ, ਆਪਣੇ ਦੁੱਧ ਚੁੰਗਦੇ ਬੱਚਿਆਂ ਦੇ ਟੋਟੇ ਕਰਾ ਕੇ ਥੋੜੀ ਜੀ ਚਾਤੀ ਮਾਰਿਆ ਜੇ, ਉਹ ਉਹਨਾਂ ਬੀਬੀਆਂ ਵੱਲ, ਛੋਟੇ ਬੱਚੇ, ਦੁੱਧ ਚੁੰਗਦੇ ਬੱਚੇ, ਸਵੇਰੇ ਉਹਨਾਂ ਛੋਟੇ ਬੱਚਿਆਂ ਦੇ ਟੁਕੜੇ ਕੀਤੇ ਗਏ, ਉਹਨਾਂ ਮਾਵਾਂ ਦੇ ਗਲ ਦੇ ਵਿੱਚ ਟੁਕੜੇ ਕਰਕੇ ਹਾਰ ਪਰੋ ਦਿੱਤੇ ਗਏ। ਉਹੀ ਮਾਵਾਂ ਰਾਤੀ ਵੇਲੇ ਅਰਦਾਸ ਕਰਦੀਆਂ ਪਈਆਂ ਨੇ, ਕੁਰਲਾਂਦੀਆਂ ਨਹੀਂ ਪਈਆਂ। ਛੋਟੇ ਬੱਚੇ, ਦੁੱਧ ਚੁੰਗਦੇ ਬੱਚੇ, ਸਵੇਰੇ ਹਾਰ ਪਰੋ ਦਿੱਤੇ ਗਏ ਨੇ ਬੱਚਿਆਂ ਦੇ ਟੁਕੜਿਆਂ ਦੇ, ਉਹ ਰਾਤੀ ਵੇਲੇ ਕੁਰਲਾਂਦੀਆਂ ਨਹੀਂ ਪਈਆਂ। ਉਹ ਕੀ ਕਹਿੰਦੀਆਂ ਪਈਆਂ ਨੇ, ਉਹ ਰੱਬ ਦੇ ਅੱਗੇ ਅਰਦਾਸ ਕਰਦੀਆਂ ਪਈਆਂ ਨੇ, ਮੇਰਾ ਸਵੇਰ ਸੁੱਖਾਂ ਨਾਲ ਬਤੀਤ ਹੋਇਆ ਹੈ, ਤੇ ਗੁਰੂ ਸਾਹਿਬ ਰਾਤਰੀ ਵੀ ਸੁੱਖਾਂ ਨਾਲ ਬਤੀਤ ਕਰਾਣੀ। ਜਿਨ੍ਹਾਂ ਨੇ ਗੁਨਾਹ ਦੀ ਗੰਠੜੀ ਆਪਣੇ ਮੱਥੇ ਤੇ ਰੱਖੀ ਹੋਈ ਹੈ, ਉਹ ਚੀਕਦੇ ਚਿਲਾਉਂਦੇ ਨਹੀਂ, ਦੁੱਖਾਂ ਤਕਲੀਫਾਂ ਵਿੱਚ ਵੀ ਰਹਿੰਦੇ ਹੋਏ ਖੇੜੇ ਵਿੱਚ ਰਹਿੰਦੇ। ਸੋ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ। ਜਿੰਨੇ ਰੋਂਦੇ ਕੁਰਲਾਂਦੇ ਦੇਖਦੇ ਹਾਂ,
ਉਹਨਾਂ ਨੇ ਆਪਣੀ ਮਤ ਸੁਰਤ ਦੇ ਵਿੱਚ ਕਾਮ ਕ੍ਰੋਧ ਲੋਮੋ ਹੰਕਾਰ ਰੂਪੀ ਪੰਡ ਚੱਕੀ ਹੋਈ ਹੈ ਜੀ। ਆਓ ਜੀ ਅਗਲੀਆਂ ਪੰਕਤੀਆਂ ਪੜ੍ਹੀਏ। ਬਸ ਲਾਸਟ ਸੰਗਤ ਜੀ 3-4 ਪੰਕਤੀਆਂ ਰਹਿ ਗਈਆਂ ਨੇ, ਫਿਰ ਆਪਾਂ ਇੱਕ ਕਵਿਤਾ ਰਾਈ ਸਮਾਪਤੀ ਕਰਾਂਗੇ ਜੀ। ਬਹੁਤ ਪਿਆਰੀ ਕਵਿਤਾ, ਬਹੁਤ ਪਿਆਰੀ ਕਵਿਤਾ ਇਸ ਪ੍ਰਕਰਨ ਨਾਲ ਟੁਕਦੀ ਹੋਈ। ਇਸ ਤੋਂ ਬਾਅਦ ਇਸ 3 ਪੰਕਤੀਆਂ ਤੋਂ ਬਾਅਦ ਆਪਾਂ ਕਵਿਤਾ ਵੀ गायन करनी है। सबको आखे बहुत बहुत घट ना आखे कोई, घट ना आखे जी इकट्ठे इकट्ठे पढ़ो। नीची हूँ अत नीच, नानक तिन के संग सा, वड्या स्यो क्या रीस। संग सा वड्या स्यो क्या रीस, जिथे
ਤਿਸੇ ਨਾਉ ਅੰਦੇ ਨਾਮ ਵਿਸਾਰਿਆ ਨਾ ਤਿਸੇ ਨਾਉ। ਪਿਛਲੀ ਵਾਰੀ ਵੀ ਅਸੀਂ ਸਮਝਿਆ ਸੀ ਗੁਰਦੁਆਰਾ ਹੁੰਦਾ ਹੈ ਸਿੱਖੀ ਦਾ ਸਕੂਲ, ਤੇ ਸਕੂਲ ਦੇ ਵਿੱਚ ਕੁਝ ਪੜਾਇਆ ਜਾਂਦਾ ਹੈ, ਕਲਾਸ ਵਰਕ ਜਿਹਨੂੰ ਕਹਿੰਦੇ ਆ, ਤੇ ਕੁਝ ਹੋਮਵਰਕ ਵੀ ਦਿੱਤਾ ਜਾਂਦਾ। ਜਿਵੇਂ ਪਿਛਲੀ ਵਾਰੀ ਦਿੱਤਾ ਸੀ, ਪਤਾ ਨਹੀਂ ਕਿੰਨਿਆਂ ਨੇ ਕੀਤਾ, ਉਹ ਤੋਤੇ ਦਾ ਐਗਜ਼ਾਮਪਲ ਰਹਿ ਗਿਆ ਸੀ, ਪਤਾ ਨਹੀਂ ਕਿਸੇ ਨੇ ਕਰੇ ਜਾ ਕੇ ਉਹ ਤੀਸਰਾ ਉਦਾਹਰਣ ਪੜਿਆ ਜਾਂ ਨਹੀਂ ਪੜਿਆ। ਤੇ ਕਿਉਂਕਿ ਸਮਾਜ ਫੇਰ ਜ਼ਿਆਦਾ ਹੋ ਗਿਆ, ਤੇ ਆ ਜਿਹੜੀ 3 ਪੰਕਤੀਆਂ ਨੇ, ਸਭ ਕੋ ਆਖਿਆ ਬਹੁਤ ਬਹੁਤ, ਕੱਟ ਨਾ ਆਖਿਆ ਕੋਏ, ਕੀਮਤ ਕਿਨੇ ਨਾ ਪਾਈਆ, कहन ना ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇ ਤਿਲ। ਆ 3 ਪੰਕਤੀਆਂ ਤੁਹਾਡੇ ਵਾਸਤੇ ਹੋਮਵਰਕ ਹੈ, ਇਹ ਕਰੇ ਜਾ ਕੇ ਤੁਸੀਂ। ਮੈਂ ਬੜਾ ਇੱਥੇ ਜ਼ੋਰ ਲਗਾ ਲਿਆ, ਕੁਝ ਤੁਸੀਂ ਵੀ ਜ਼ੋਰ ਲਗਾਓ, ਕੁਝ ਤੁਸੀਂ ਵੀ ਵਿਚਾਰੋ। ਆ 3 ਪੰਕਤੀਆਂ ਤੁਹਾਡੇ ਵਾਸਤੇ ਹੋਮਵਰਕ ਹੈ। ਹੁਣ ਆਪਾਂ ਸਿੱਧਾ ਲਾਸਟ ਵਾਲੀਆਂ ਜੋ ਬਾ ਕਮਾਲ ਆਖਰਲੀਆਂ ਪੰਕਤੀਆਂ ਇਸ ਸ਼ਬਦ ਦੀਆਂ ਉਹ ਵਿਚਾਰਾਂਗੇ। ਪਹਿਲੀਆਂ 3 ਪੰਕਤੀਆਂ ਤੁਹਾਡੇ ਵਾਸਤੇ ਹੋਮਵਰਕ ਹੋਈਆਂ। ਜਿਨ੍ਹਾਂ ਨੂੰ ਇੰਟਰਸਟ ਹੋਏਗਾ, ਜਿਵੇਂ ਮੈਂ ਆਖਰੀ ਵਾਰੀ ਕਿਹਾ ਸੀ, ਜਿਨ੍ਹਾਂ ਨੂੰ ਇੰਟਰਸਟ ਹੋਏਗਾ ਉਹ 3 ਪੰਕਤੀਆਂ ਵਿਚਾਰ ਲੈਣਗੇ। ਜਿਨ੍ਹਾਂ ਨੂੰ ਦੇਖੋ ਮੇਰਾ ਫਾਇਦਾ, ਤੁਸੀਂ ਵਿਚਾਰੋਗੇ ਮੇਰਾ ਫਾਇਦਾ ਤਾਂ ਵੀ ਨਹੀਂ ਹੈ, ਨਹੀਂ ਵਿਚਾਰੋਗੇ ਤਾਂ ਵੀ ਮੇਰਾ ਨੁਕਸਾਨ ਨਹੀਂ ਹੈ। ਤੁਹਾਡਾ ਫਾਇਦਾ ਹੈ, ਤੁਹਾਡਾ ਨੁਕਸਾਨ, ਕਰੇ ਜਾ ਕੇ ਵਿਚਾਰ ਲੋਗੇ ਤਾਂ ਤੁਹਾਡਾ ਹੀ ਫਾਇਦਾ ਹੋਣਾ ਹੈ। ਸੋ ਇਹ ਤੁਹਾਡੇ ਵਾਸਤੇ ਹੋਮਵਰਕ ਹੈ। ਹੁਣ ਆਪਾਂ ਆਖਰਲੀਆਂ ਪੰਕਤੀਆਂ ਵਿੱਚ ਆਈਏ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਹਜੇ ਤੱਕ ਅਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਉਹ ਜੀਵਾਂ ਦੀ ਗੱਲ ਕਰ ਰਹੇ ਹਾਂ, ਉਹ ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਗੁਨਾਹ ਨੂੰ ਵਿਸਾਰ ਰੱਖਿਆ ਹੈ। ਪਰ ਇੱਥੇ ਬਾਬਾ ਨਾਨਕ ਜੀ ਆਖਿਰ ਵਿੱਚ ਉਹਨਾਂ ਨੂੰ ਵੀ ਸਮਝਾ ਰਹੇ ਨੇ ਜਿਹੜੇ ਸਵੇਰੇ ਆ ਕੇ ਨਿਤਨੇਮ ਕਰਦੇ ਆ, ਜਿਹੜੇ ਗੁਰਬਾਣੀ ਪੜ੍ਹਦੇ ਆ, ਉਹਨਾਂ ਵਾਸਤੇ ਤਾੜਨਾ ਜੇ ਇਹ 3 ਪੰਕਤੀਆਂ 'ਚ। ਜੋ ਸਮਝਦੇ ਨੇ ਅਸੀਂ ਤਾਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਤੇ ਅਸੀਂ ਤਾਂ ਮਾਇਆ ਤੋਂ ਬਚੇ ਹੋਏ ਹਾਂ, ਸਾਡੇ ਵਾਸਤੇ ਇਹ ਪੰਕਤੀਆਂ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਰੁਕ ਜਾ, ਤੈਨੂੰ ਵੀ ਮੈਂ ਵਿੱਚੇ ਲੈ ਆਣਾ ਹੁਣੇ। ਆ 3 ਪੰਕਤੀਆਂ ਉਹਨਾਂ ਵਾਸਤੇ ਜਿਹੜੇ ਸਭ ਕੁਝ ਕਰਦੇ ਪਏ ਨੇ। ਸੰਗਤ ਜੀ, ਸਮਾਜ ਦੇ ਵਿੱਚ ਇੱਕ ਇਹੋ ਜਿਹਾ ਤਬਕਾ ਹੁੰਦਾ ਹੈ ਜੋ ਗਲਤ ਕੰਮਾਂ ਦੇ ਵਿੱਚ ਪੈ ਜਾਂਦਾ ਹੈ, ਤੇ ਜਦੋਂ ਉਹ ਗਲਤ ਕੰਮਾਂ ਵਿੱਚ ਪੈ ਜਾਂਦਾ ਹੈ ਸਾਰੇ ਉਹਨੂੰ ਪੈੜੀ ਨਜ਼ਰਾਂ ਨਾਲ ਤੱਕਦੇ ਨੇ, ਬਈ ਇਹ ਤਾਂ ਕਿਸੇ ਕੰਮ ਦਾ ਨਹੀਂ, ਇਹ ਤਾਂ ਕਿਸੇ ਕੰਮ ਦਾ ਨਹੀਂ, ਇਹਨੇ ਕੀ ਕਰਨਾ ਹੈ, ਇਹ ਤਾਂ ਕੁਝ ਨਹੀਂ ਕਰ ਸਕਦਾ। ਇਹਨੂੰ ਦੁਤਕਾਰ ਦਿੰਦੇ ਨੇ ਇੱਕ ਤਬਕੇ ਨੂੰ ਜਿਹੜਾ ਗਲਤ ਪਾਸੇ ਪੈ ਜਾਂਦਾ ਹੈ। ਤੇ ਤਬਕਾ ਇਹੋ ਜਿਹਾ ਵੀ ਹੈ ਜੋ ਗਰੀਬ ਤਬਕਾ ਹੁੰਦਾ ਹੈ, ਤੇ ਕੁਝ ਤਬਕਾ ਇਹੋ ਜਿਹਾ ਹੁੰਦਾ ਜਿਹਨੂੰ ਦੁਤਕਾਰ ਦਿੱਤਾ ਜਾਂਦਾ ਹੈ। ਤੇ ਕਈ ਤਬਕੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਪ੍ਰਾਪਰਟੀਆਂ ਹੁੰਦੀਆਂ ਨੇ, ਧਨ ਦੌਲਤ ਬਹੁਤ ਨੇ, ਲੇਕਿਨ ਉਹ ਚਾਹੁੰਦੇ ਨੇ ਸਾਡੇ ਨਾਲ ਕੋਈ 2 ਮਿੰਟ ਗੱਲ ਕਰਨ ਵਾਸਤੇ ਬੈਠੇ, ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ। ਉਹ ਪਾਲਦੇ ਨੇ ਕੋਈ ਲੋਕੀ ਮੇਰੇ ਕੋਲ ਆਣ, ਮੇਰੇ ਨਾਲ ਗੱਲਬਾਤ ਕਰਨ। ਤੇ ਪਰ ਸਾਡੇ ਵਰਗੇ ਜਿਹੜੇ ਨਿਤਨੇਮੀ ਨੇ ਉਹ ਕੀ ਕਹਿੰਦੇ ਨੇ, ਅਸੀਂ ਕੀ ਕਰਨਾ ਹੈ, ਅਗਰ ਬੇਗਾਨਾ ਪੁੱਤ ਪੜੋਸੀਆਂ ਦਾ ਪੁੱਤ ਨਸ਼ਿਆਂ ਵਿੱਚ ਪੈ ਗਿਆ, ਮੇਰਾ ਕੀ ਹੈ, ਮੈਂ ਕੀ ਕਰਨਾ ਹੈ ਉਹਨੂੰ ਸਮਝਾ ਕੇ, ਮੇਰਾ ਪੁੱਤਰ ਥੋੜੀ ਹੈ। ਉਹ ਨਿਤਨੇਮ ਕਰਨ ਵਾਲੇ ਆ, ਨਿਰਮਲ ਪੰਥ ਦੇ ਵਾਸੀ ਆ, ਸਹਿਜ ਪਾਠ ਕਰਨ ਵਾਲੇ ਆ, ਗੁਰਬਾਣੀ ਪੜ੍ਹਨ ਵਾਲੇ ਆ। ਬਾਬਾ ਨਾਨਕ ਜੀ ਤੈਨੂੰ ਕਹਿੰਦੇ ਨੇ ਤੇਰੇ ਤੇ ਵੀ ਬਖਸ਼ਿਸ਼ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਬਾਬਾ ਨਾਨਕ ਜੀ ਕਹਿ ਰਹੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਜਿਹਨੂੰ ਸਮਾਜ ਦੁਤਕਾਰ ਦਿੰਦਾ ਹੈ, ਜਿਹਨੂੰ ਸਮਾਜ ਦਾ ਕੋਈ ਬੰਦਾ ਗਲਵਕੜੀ ਨਹੀਂ ਲਾਂਦਾ, ਬਾਬਾ ਨਾਨਕ ਜੀ ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ। ਬਾਬਾ ਨਾਨਕ ਜੀ ਕਹਿੰਦੇ ਮੈਂ ਤਾਂ ਉਹਨਾਂ ਨਾਲ ਖਲੋਂਦਾ ਹਾਂ, ਮੈਂ ਤਾਂ ਉਹਨਾਂ ਦੀ ਬਾਹ ਫੜਦਾ ਹਾਂ ਜਿਹਦੀ ਕੋਈ ਬਾਹ ਨਹੀਂ ਫੜਦਾ। ਕਿਉਂ ਬਾਬਾ ਨਾਨਕ ਜੀ ਤੁਸੀਂ ਐਵੇਂ ਕਿਉਂ ਕਰਦੇ ਹੋ? ਬਾਬਾ ਨਾਨਕ ਜੀ ਆਖਰੀ ਵਿੱਚ ਕਹਿੰਦੇ ਨੇ ਜਿੱਥੇ ਨੀਚ ਸਮਾਲੀਅਨ, ਜਿੱਥੇ ਨੀਚ ਸਮਾਲੀਅਨ,
ਜਿੱਥੇ ਨੀਚ ਸਮਾਲਿਆਨ, ਜਿੱਥੇ ਨੀਚ ਸਮਾਲਿਆਨ, ਜਿੱਥੇ ਨੀਚਾਂ ਦੀ ਸਮਾਜ ਦੇ ਜਿਸ ਤਬਕੇ ਨੂੰ ਦੁਤਕਾਰ ਦਿੱਤਾ ਜਾਂਦਾ ਹੈ, ਭਾਵੇਂ ਜਾਤ ਕਰਕੇ, ਭਾਵੇਂ ਧਨ ਦੌਲਤ ਕਰਕੇ, ਭਾਵੇਂ ਉਹਦੇ ਹੋਏ ਗੰਦੇ ਕੀਤੇ ਹੋਏ ਕਰਮਾਂ ਕਰਕੇ ਉਹਨੂੰ ਦੁਤਕਾਰ ਦਿੱਤਾ ਜਾਂਦਾ ਹੈ। ਬਾਬਾ ਨਾਨਕ ਜੀ ਕਹਿੰਦੇ ਮੈਂ ਤਾਂ ਉਹਦੇ ਨਾਲ ਖੜਦਾ ਹਾਂ, ਮੈਂ ਤਾਂ ਉਹਦੀ ਬਾਹ ਫੜਦਾ ਹਾਂ। ਕਿਉਂ? ਕਿਉਂਕਿ ਜਿੱਥੇ ਇਹੋ ਜਿਹੇ ਬੰਦਿਆਂ ਦੀ ਸੰਭਾਲ ਕੀਤੀ ਜਾਂਦੀ ਹੈ, ਤਿੱਥੇ ਨਦਰ ਤੇਰੀ ਬਖਸ਼ੀਸ਼, ਨਦਰ ਤੇਰੀ ਬਖਸ਼ੀਸ਼, ਨਦਰ ਤੇਰੀ ਬਖਸ਼ੀਸ, ਨਦਰ ਤੇਰੀ ਬਖਸ਼ੀਸ। ਕਿਉਂਕਿ ਉੱਥੇ ਜਿੱਥੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ, ਉੱਥੇ ਉਸ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਨਿਤਨੇਮ ਕਰਨ ਵਾਲਿਓ, ਗੁਰਬਾਣੀ ਪੜਨ ਵਾਲਿਓ, ਆਪਣੀ ਜ਼ਿੰਮੇਵਾਰੀ ਸਮਝੋ। ਤੁਸੀਂ ਨਿਰਮਲ ਪੰਥ ਦੇ ਵਾਸੀ ਹੋ, ਤਦ ਤੱਕ ਕੀਤਾ ਹੋਇਆ ਤੁਹਾਡਾ ਪਾਠ ਸਫਲ ਨਹੀਂ ਹੋਣਾ ਜਿੰਨੇ ਚਿਰ ਤੱਕ ਜਿਹੜੇ ਸਮਾਜ ਵਿੱਚ ਤੁਸੀਂ ਰਹਿੰਦੇ ਹੋ ਉਹ ਸਮਾਜ ਵਧੀਆ ਨਹੀਂ ਹੋਇਆ। ਬਾਬਾ ਨਾਨਕ ਕਰੋ ਕਰੀ ਜਾ ਕੇ ਪ੍ਰਚਾਰ ਇਸੇ ਕਰਕੇ ਕਰਦਾ ਸੀ, ਕਿਉਂਕਿ ਉਹ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਸੱਜਣ ਠੱਗ ਵਰਗਿਆਂ ਨੂੰ ਉਹਨੇ ਸੱਜਣ ਬਣਾਇਆ, ਕੋਡੇ ਰਾਖਸ਼ ਵਰਗੇ ਚੋਰਾਂ ਨੂੰ ਉਹਨੇ ਸੰਤ ਬਣਾਇਆ। ਗੁਰੂ ਦੀਆਂ ਸਿੱਖਾਂ ਤੇਰੀ ਵੀ ਰਿਸਪੌਂਸਿਬਿਲਟੀ ਬਣਦੀ ਹੈ। ਆ ਚਾਰ ਕੁ ਲਾਈਨਾਂ ਨੇ ਸੰਗਤ ਜੀ, ਆਹੀ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼, ਇੱਕ ਚਾਰ ਕੁ ਲਾਈਨਾਂ ਨੇ, ਇਹ ਕਿਸੇ ਕਵੀ ਨੇ ਲਿਖੀਆਂ ਨੇ। ਇਹਨੂੰ ਕੱਚੀ ਬਾਣੀ ਨਾ ਸਮਝਣਾ ਸੀ, ਇੱਥੇ ਕੱਚੀ ਬਾਣੀ ਪ੍ਰਮੋਟ ਕਰਨ ਵਾਸਤੇ ਨਹੀਂ ਆਏ। ਆ ਬਸ ਚਾਰ ਕੁ ਪੰਕਤੀਆਂ ਨੇ, ਇसी ਬਾਤ ਨੂੰ ਖੋਲੇਗੀ ਕਿ ਜਿਹੜੇ ਨੀਚਾਂ ਦੀ ਸੰਭਾਲ ਕਰਦੇ ਨੇ ਉੱਥੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਆਓ ਆ ਚਾਰ ਕੁ ਪੰਕਤੀਆਂ, ਕੱਚੀ ਬਾਣੀ ਨੂੰ ਪ੍ਰਮੋਟ ਨਹੀਂ ਕਰ ਰਹੇ, ਇਹ ਸਿਰਫ ਚਾਰ ਪੰਕਤੀਆਂ ਨੇ। ਮੈਂ ਪਹਿਲੇ ਕਹਿ ਦਿੱਤਾ, ਅਗਰ ਮੈਂ ਗੁਰਬਾਣੀ ਦੇ ਵਿੱਚ ਪੜਾ ਨਾ ਬਾਣੀ ਕੱਚੀ ਤੇ ਉਹ ਗਲਤ ਹੈ। ਅਗਰ ਪਹਿਲੇ ਤੁਸੀਂ ਕਹਿ ਦਿਓ ਕਿ ਇਹ ਪੰਕਤੀ ਦੇ ਅਰਥ ਸਮਝਾਉਣ ਵਾਸਤੇ ਅਸੀਂ ਇਹ ਪੰਕਤੀਆਂ ਪੜਨ ਜਾ ਰਹੇ ਹਾਂ, ਤਾਂ ਸਾਡੀ ਸਿੱਖ ਰਹਿਤ ਮਰਿਆਦਾ 32 ਪੇਜ ਦੀ ਜੋ ਅਕਾਲ ਤਖਤ ਦੁਆਰਾ ਪ੍ਰਮਾਣਿਤ ਹੈ, ਉਹ ਸਾਨੂੰ ਇਸ ਗੱਲ ਦੀ ਹੰਭੀ ਭਰਦੀ ਹੈ ਕਿ ਅਸੀਂ ਇਦਾਂ ਕਰ ਸਕਦੇ ਹਾਂ। ਆਓ ਆ ਚਾਰ ਕੁ ਪੰਕਤੀਆਂ ਇਸ ਗੱਲ ਨੂੰ ਖੋਲੇਗੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ। ਆਓ ਜੀ ਸਰਵਨ ਕਰੀਏ ਜੀ। ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਵਿਛੜੇ ਨੂੰ ਮਿਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਵਿਛੜੇ ਨੂੰ ਮਿਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ। ਪਾਟਾ ਹੋਇਆ ਜ਼ਖਮ ਜੇ ਕਦੇ ਨਹੀਂ ਸੀਤਾ, ਪਾਟਾ ਹੋਇਆ ਜ਼ਖਮ ਜੇ ਕਦੇ ਨਹੀਂ ਓ ਸੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ। ਲੋਕਾਂ ਵਿੱਚ ਵੰਡੋ ਹਾਸਾ, ਅੱਜ ਹਾਸਿਆਂ ਦੀ ਲੋੜ ਹੈ, ਲੋਕਾਂ ਵਿੱਚ ਵੰਡੋ ਹਾਸਾ, ਅੱਜ ਹਾਸਿਆਂ ਦੀ ਲੋੜ ਹੈ, ਲੋਕਾਂ ਵਿੱਚ ਵੰਡੋ ਹਾਸਾ, ਅੱਜ ਹਾਸਿਆਂ ਦੀ ਲੋੜ ਹੈ, ਹਾਸਿਆਂ ਦੀ ਲੋੜ ਹੈ, ਦਿਲਾਸਿਆਂ ਦੀ ਲੋੜ ਹੈ, ਹਾਸਿਆਂ ਦੀ ਲੋੜ ਹੈ, ਦਿਲਾਸਿਆਂ ਦੀ ਲੋੜ ਹੈ,
ਡੁੱਬ ਚੱਲੀ ਬੇੜੀ ਨੂੰ ਕਿਨਾਰਿਆਂ ਦੀ ਲੋੜ ਹੈ। ਡੁੱਬ ਚੱਲੀ ਬੇੜੀ ਨੂੰ ਕਿਨਾਰਿਆਂ ਦੀ ਲੋੜ ਹੈ। ਲੋਕਾਂ ਵਿੱਚ ਵੰਡੋ ਹਾਸਾ, ਅੱਜ ਹਾਸਿਆਂ ਦੀ ਲੋੜ ਹੈ। ਲੋਕਾਂ ਵਿੱਚ ਵੰਡੋ ਹਾਸਾ। ਪਾਟਾ ਹੋਇਆ ਜ਼ਖਮ ਜੇ ਤੂੰ ਕਦੇ ਨਹੀਂ ਸੀਤਾ, ਓਏ ਗੁਰੂ ਦਿਆ ਸਿੱਖਾ ਤੂੰ ਐਵੇਂ ਮਾਲਾ ਫੇਰੀ, ਤੂੰ ਤੇ ਕੱਖ ਵੀ ਨਹੀਂ ਕੀਤਾ। ਉਹ ਤੇਰੇ ਕੀਤੇ ਹੋਏ ਪਾਠ ਕਿਸ ਕੰਮ ਦੇ? ਤੇਰੇ ਪੜੋਸ ਦੇ ਵਿੱਚ ਇੱਕ ਬੱਚਾ ਕੁਰਲਾਂਦਾ ਪਿਆ ਹੈ, ਚੀਕਦਾ ਪਿਆ ਹੈ। ਤੇਰੇ ਪੜੋਸ, ਤੇਰਾ ਪੜੋਸ ਜਿੰਨੇ ਚਿਰ ਤੱਕ ਸੁਖੀ ਨਹੀਂ, ਤੇਰਾ ਕੀਤਾ ਹੋਇਆ ਪਾਠ ਕਿਸੇ ਕੰਮ ਦਾ ਨਹੀਂ। ਜਿੰਨੇ ਚਿਰ ਤੱਕ ਸਾਰਾ ਸਮਾਜ ਨਹੀਂ ਸਵਰਦਾ, ਉਹਨੇ ਚਿਰ ਤੱਕ ਗੁਰੂ ਦਿਆ ਸਿੱਖਾ, ਉਹਨੇ ਚਿਰ ਤੱਕ ਤੇਰੀ ਜ਼ਿੰਮੇਵਾਰੀ ਬਣਦੀ ਹੈ। ਐਫਰਟਸ ਕਰਦਾ ਰਹਿ, ਮਿਹਨਤ ਕਰਦਾ ਰਹਿ। ਹਾਸਿਆਂ ਦੀ ਲੋੜ ਹੈ। ਕਿੰਨੀਆਂ ਟੈਨਸ਼ਨ, ਕਿੰਨੇ ਡਿਪਰੈਸ਼ਨ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਅੱਜ ਬੰਦੇ ਦੁਖੀ ਹੋਏ ਬੈਠੇ ਨੇ। ਜਾ ਕੇ ਉਹਨਾਂ ਨੂੰ ਦਿਲਾਸੇ ਦੇ। ਹਾਸਿਆਂ ਦੀ ਲੋੜ ਹੈ। ਜਾ ਕੇ ਉਹਨਾਂ ਦੀ ਬਾਂਹ ਫੜ। ਬਾਬਾ ਨਾਨਕ ਖੁਸ਼ ਹੋਏ। ਸੋ ਸੰਗਤ ਜੀ, ਇਹ ਸੀਗਾ ਅਸੀਂ ਗੁਰਬਾਣੀ ਦੇ ਵਿੱਚੋਂ ਸਮਝਿਆ ਕਿ ਮਾਇਆ ਹੁੰਦੀ ਕੀ ਹੈ, ਮਾਇਆ ਤੋਂ ਬਚਣਾ ਕਿਵੇਂ ਹੈ, ਤੇ ਉਹਨਾਂ ਵਾਸਤੇ ਵੀ ਤਾੜਨਾ ਜੋ ਸਮਝਦੇ ਨੇ ਅਸੀਂ ਮਾਇਆ ਤੋਂ ਬਚੇ ਹੋਏ ਹਾਂ। ਉਹਨਾਂ ਨੂੰ ਵੀ ਸਮਝਾਇਆ ਬਾਬੇ ਨਾਨਕ ਦੀ ਬਾਣੀ ਨੇ ਕਿਵੇਂ ਅਸੀਂ ਆਪਣਾ ਜੀਵਨ ਬਤੀਤ ਕਰਨਾ ਹੈ। ਇਹ ਅਸੀਂ ਥਿਓਰੀਟੀਕਲੀ ਸਮਝਿਆ। ਹੁਣ 5 ਮਿੰਟ ਆਪਾਂ ਇੱਕ ਕਵਿਤਾ ਤੇ ਲਗਾਵਾਂਗੇ। ਪ੍ਰੈਕਟੀਕਲੀ ਅਸੀਂ ਸਮਝਣਾ ਹੈ ਕਿ ਕਿਵੇਂ ਜਿਹੜੇ ਮਾਇਆ ਤੋਂ ਬਚੇ ਹੋਏ ਹੁੰਦੇ ਨੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਆਪਣੀ ਮੱਤ ਸੁਰਤ ਉਸ ਚਮਕੌਰ ਦੀ ਗੜੀ ਵਾਲੇ ਪਾਸੇ ਲੈ ਜਾਓ। 10ਵੇਂ ਨਾਨਕ ਕਲਗੀਧਰ ਪਿਤਾ 40 ਸਿੱਖਾਂ ਨਾਲ 10 ਲੱਖ ਫੌਜ ਦਾ ਸਾਹਮਣਾ ਹੋਇਆ, ਤੇ ਉਸ ਤੋਂ ਬਾਅਦ ਰਾਤੀ ਵੇਲੇ 5 ਸਿੱਖ, 5 ਪਿਆਰੇ ਇਕੱਠੇ ਹੋ ਕੇ ਆਏ ਤੇ ਗੁਰੂ ਸਾਹਿਬ ਨੂੰ ਹੁਕਮ ਲਾਇਆ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਕਲਗੀਧਰ ਪਿਤਾ, ਤੁਸੀਂ ਤਾਂ ਸਾਡੇ ਵਰਗੇ ਸਿੱਖ ਹਜ਼ਾਰਾਂ ਲੱਖਾਂ ਸਿੱਖ ਪੈਦਾ ਕਰ ਲੋਗੇ ਤੇ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਹੋਣਾ। ਤੁਸੀਂ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਓ। ਆਪਣੀ ਸੁਰਤ ਉੱਥੇ ਲੈ ਜਾਓ। ਉੱਥੇ ਆ ਕਵਿਤਾ ਜੋ ਆਪਾਂ ਪੇਸ਼ ਕਰਨ ਜਾ ਰਹੇ ਹਾਂ। ਤੇ ਗੁਰੂ ਸਾਹਿਬ ਹੋਕਾ ਦਿੰਦੇ ਹੋਏ ਜਾ ਰਹੇ ਨੇ। ਹਿੰਦ ਦਾ ਪੀਰ ਜਾ ਰਿਹਾ ਹੈ, ਰਾਤ ਦਾ ਸਮਾਂ ਹੈ, ਬਿਜਲੀ ਲਿਸ਼ਕਦੀ ਪਈ ਹੈ, ਬਾਰਿਸ਼ ਆ ਰਹੀ ਹੈ, ਤੇ 10ਵੇਂ ਨਾਨਕ ਕਲਗੀਧਰ ਪਿਤਾ ਉੱਚੀ ਸੁੱਚੀ ਬੋਲ ਕੇ ਹਿੰਦ ਦਾ ਪੀਰ ਜਾ ਰਿਹਾ ਹੈ, ਕੋਈ ਪਕੜ ਸਕੇ ਤਾਂ ਪਕੜ ਲਵੋ। ਗੁਰੂ ਸਾਹਿਬ ਜਾ ਰਹੇ ਨੇ ਤੇ ਜਿਵੇਂ ਅੱਗੇ ਅੱਗੇ ਤੁਰਦੇ ਨੇ, ਭਾਈ ਦਇਆ ਸਿੰਘ ਉਦੋਂ ਤੱਕ ਨਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਅੱਗੇ ਜਾਂਦੇ ਨੇ ਤੇ ਥੋੜਾ ਜਿਹਾ ਅੱਗੇ ਗੁਰੂ ਸਾਹਿਬ ਜਾਂਦੇ ਨੇ ਤੇ ਦੇਖਦੇ ਨੇ ਭਾਈ ਦਇਆ ਸਿੰਘ ਮੇਰੇ ਨਾਲ ਨਹੀਂ ਰਿਹਾ, ਪਿੱਛੇ ਰਹਿ ਗਿਆ। ਤੇ ਗੁਰੂ ਸਾਹਿਬ ਆਵਾਜ਼ ਮਾਰਦੇ ਨੇ, ਓਏ ਭਾਈ ਦਇਆ ਸਿੰਘਾ, ਕਿੱਥੇ ਚਲਾ ਗਿਆ ਹੈ, ਕਿੱਥੇ ਰੁਕ ਗਿਆ ਹੈ, ਕੀ ਹੋਇਆ? ਤੇ ਕਹਿੰਦੇ ਜੀ ਇੰਨੇ ਵਿੱਚ ਬਿਜਲੀ ਚਮਕੀ, ਤੇ ਬਿਜਲੀ ਚਮਕੀ ਤੇ ਭਾਈ ਦਇਆ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼ ਦੇ ਮੂਹਰੇ ਬੈਠਾ ਸੀ। ਉੱਥੇ ਲੈ ਜਾਓ। ਉਸ ਦ੍ਰਿਸ਼ਟਾਂਤ ਨੂੰ ਇਹ ਕਵਿਤਾ ਪੇਸ਼ ਕਰਦੀ ਪਈ ਹੈ। ਤੇ ਭਾਈ ਦਇਆ ਸਿੰਘ ਕਲਗੀਧਰ ਪਿਤਾ ਜਦੋਂ ਪੁੱਛਦੇ ਨੇ, ਭਾਈ ਦਇਆ ਸਿੰਘ ਤੂੰ ਕਿੱਥੇ ਰਹਿ ਗਿਆ? ਤੇ ਉਸ ਦ੍ਰਿਸ਼ਟਾਂਤ ਨੂੰ ਇਹ ਕਵਿਤਾ ਪੇਸ਼ ਕਰਦੀ ਪਈ ਹੈ। ਆਓ ਕੀਰਤਨ ਰੂਪ ਦੇ ਵਿੱਚ ਸਰਵਨ ਕਰੀਏ ਜੀ। ਆਪਣੀ ਮੱਤ ਸੁਰਤ ਚਮਕੌਰ ਦੀ ਗੜੀ ਵਾਲੇ ਪਾਸੇ ਲੈ ਜਾਓ। ਬਹੁਤ ਹੀ ਪਿਆਰੀ ਕਵਿਤਾ, ਮੋਤੀ ਪਰੋ ਰੱਖੇ ਨੇ, ਮੋਤੀ।
ਬਦਲਾਂ ਚ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਬਦਲਾਂ ਚ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦਾ ਤਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦਾ ਤਾਰ ਦੀ। ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਮੌਤ ਦੇ ਨਸ਼ੇ 'ਚ ਉਥੇ ਜ਼ਿੰਦਗੀ ਸੀ ਚੂਮਦੀ। ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ। ਉਹ ਜ਼ਿੰਦਗੀ ਦੇ ਦਾਤਿਆ, ਜ਼ਿੰਦਗੀ ਦੇ ਦਾਤਿਆ, ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ। ਉਹ ਜ਼ਿੰਦਗੀ ਦੇ ਦਾਤਿਆ, ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਸੀ ਪਾਲਿਆ। ਵੇਖ ਕੇ ਜੁਝਾਰ ਨੂੰ ਪੈਰ ਖਿਸਕਾ ਲਿਆ। ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਉਹ ਕਲਗੀਧਰ ਪਿਤਾ, ਤੂੰ ਬਹੁਤ ਪਿਆਰ ਨਾਲ ਆਪਣੇ ਪੁੱਤਾਂ ਨੂੰ ਪਾਲਿਆ ਸੀ। ਅੱਜ ਉਹਦੀ ਲਾਸ਼ ਪਈ ਹੈ, ਅੱਜ ਉਹਦੀ ਲਾਸ਼ ਪਈ ਹੈ। ਜਾਂਦੀ ਵਾਰੀ ਕਿਉਂ ਨਹੀਂ ਉਹਦੀ ਲਾਸ਼ ਨੂੰ ਆਪਣੀ ਗਲਵਕੜੀ ਨਾਲ ਲਗਾਉਂਦਾ ਪਿਆ। ਇੰਨੇ ਪਿਆਰ ਨਾਲ ਤੂੰ ਆਪਣੇ ਪੁੱਤਾਂ ਨੂੰ ਪਾਲਿਆ ਸੀ। ਲੱਗਾ ਹੋਇਆ ਪਾਤਸ਼ਾਹ, ਤੂੰ ਪਿੱਛੇ ਕਿਹੜੀ ਗੱਲ ਦੇ। ਲੱਗਾ ਹੋਇਆ ਪਾਤਸ਼ਾਹ, ਤੂੰ ਪਿੱਛੇ ਕਿਹੜੀ ਗੱਲ ਦੇ। ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨੀ ਕਲਗੀਧਰ ਪਿਤਾ, ਬੱਚੇ ਦੀ ਮੌਤ ਪਕਸ਼ੀ ਵੀ ਨਹੀਂ ਸਹਿਣ ਕਰ ਪਾਉਂਦੇ। ਤੂੰ ਤਾਂ ਇੱਕ ਮਨੁੱਖ ਜੋਨ ਵਿੱਚ ਹੈ। ਤੂੰ ਕਿਵੇਂ ਆਪਣੇ ਤੇਰੇ ਪੁੱਤਰ ਦੀ ਲਾਸ਼ ਤੇਰੇ ਸਾਹਮਣੇ ਪਈ ਹੈ। ਤੂੰ ਹੋਇਆ ਪਾਤਸ਼ਾਹ, ਕਿਹੜੀ ਗੱਲ ਦੇ ਪਿੱਛੇ ਲੱਗਿਆ ਹੋਇਆ ਹੈ। ਤੂੰ ਪਿੱਛੇ ਕਿਹੜੀ ਗੱਲ ਦੇ। ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨੀ ਚੱਲਦੇ। ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤਲਾ ਦਿਆਂ। ਨਿਭਾਈ ਦੀ ਆਖਿਰ ਜਿਹੜੀ ਰਸਮ ਨਿਭਾ ਦਿਆਂ। ਹਰਿਦਿਆ ਸਿੰਘ ਜੀ ਕਹਿੰਦੇ, ਕਲਗੀਧਰ ਪਿਤਾ, ਤੇਰਾ ਜੇ ਮਨ ਨਹੀਂ ਕਰਦਾ
ਮੇਰਾ ਤਾਂ ਮਨ ਕਰਦਾ ਹੈ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦੇ ਉੱਪਰ ਜਾਂਦੀ ਵਾਰੀ ਜੋ ਰਸਮ ਨਿਭਾਈ ਜਾਂਦੀ ਹੈ ਉਹ ਰਸਮ ਮੈਨੂੰ ਨਿਭਾਉਣ ਦੋ। ਮੇਰਾ ਚਿੱਤ ਕਰਦਾ ਹੈ, ਤੇਰਾ ਮਨ ਨਹੀਂ ਕਰਦਾ। ਮੈਨੂੰ ਤਾਂ ਤੂੰ ਆਗਿਆ ਬਖਸ਼ ਦੇ। ਜੋ ਆਖਿਰ ਵਿੱਚ ਰਸਮ ਨਿਭਾਈ ਜਾਂਦੀ ਹੈ ਮੈਨੂੰ ਨਿਭਾਉਣ ਦੇ, ਮੇਰਾ ਚਿੱਤ ਕਰਦਾ ਹੈ। ਭਾਈ ਦਇਆ ਸਿੰਘ ਕਲਗੀਧਰ ਪਿਤਾ ਨੂੰ ਕਹਿ ਰਹੇ ਨੇ, ਨਿਭਾਈ ਦੀ ਆਖਿਰ ਜਿਹੜੀ ਖਸਮ ਨਿਭਾ ਦਿਆਂ, ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ, ਦਾਤਾ ਅੱਧੀ ਅੱਧੀ ਭਾਈ ਦੋਹਾਂ ਦਇਆ ਸਿੰਘ ਜੀ ਕਹਿ ਰਹੇ ਨੇ ਦੇ ਸੰਗਤ ਜੀ, ਸਰੀਰਾਂ ਉੱਤੇ ਪਾ ਦਿਆਂ, ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ। ਬੜੇ ਹੀ ਗਰੀਬ ਮਾਪੇ ਇਸ ਜੱਗ ਉੱਤੇ ਪਏ ਨੇ, ਬੜੇ ਹੀ ਗਰੀਬ ਮਾਪੇ ਇਸ ਜੱਗ ਉੱਤੇ ਪਏ ਨੇ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕਲਗੀਧਰ ਪਿਤਾ ਬੋਲ ਰਹੇ ਕੇ, ਨੇ, ਲੈਣਾ ਕੀ ਤੂੰ ਸਿੰਘਾ ਤੂੰ ਸਿੰਘਾ ਤੂੰ ਕੀ ਲੈਣਾ ਮੇਰੇ ਪੁੱਤਰਾਂ ਨੂੰ ਪਿਆਰ ਦੇ ਕੇ, ਤੂੰ ਕੀ ਲੈਣਾ। ਪੁੱਤਾਂ ਨੂੰ ਪਿਆਰ ਕੇ ਵੇਖਣਾ ਮੈਦਾਨ ਚ ਤੂੰ ਜ਼ਰਾ ਨਿਗਾਹ ਮਾਰ ਕੇ, ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾ ਵਾਰ ਭਾਈ ਦਇਆ ਸਿੰਘ ਮੈਦਾਨ ਦੇ ਵਿੱਚ ਨਜ਼ਰ ਤਾਂ ਮਾਰ ਕੇ ਦੇਖ, ਕਿੰਨੇ ਸਿੰਘ ਮੇਰੇ ਪਿਆਰੇ ਪਿਆਰੇ ਸਿੰਘ ਉਹ ਵੀ ਤਾਂ ਸ਼ਹੀਦ ਹੋਏ ਪਏ ਨੇ। ਤੂੰ ਮੇਰੇ ਪੁੱਤਰਾਂ ਦੇ ਬਾਰੇ ਕਿਉਂ ਸੋਚਦਾ ਪਿਆ ਹੈ? ਇਹਨਾਂ ਸਿੰਘਾਂ ਦੇ ਬਾਰੇ ਸੋਚ। ਇਹੋ ਜੀ ਅਣਖ, ਇਹੋ ਜਿਹਾ ਕਰੈਕਟਰ ਮੇਰੇ ਕਲਗੀਧਰ ਪਿਤਾ ਦਾ ਹੀ ਹੈ। ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆ, ਦਇਆ ਸਿੰਘਾ ਸਿੱਖੀ ਚ ਵਖਰੇਵਾਂ ਕਿੱਦਾਂ ਪਾ ਦਿਆਂ, ਦਇਆ ਸਿੰਘਾ ਸਿੱਖੀ ਚ ਵਖਰੇਵਾਂ ਕਿੱਦਾਂ ਪਾ ਦਿਆਂ, ਔਖ ਸੌਖ ਵੇਲੇ